ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਹਾਂ ਚਰਨਜੀਤ ਕੌਰ ਯੂਕੇ ਤੋਂ। ਤਨ ਤਨ ਮੇਰੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ, ਨਾਲ ਉਹਨਾਂ ਦੇ ਧੰਨ ਧੰਨ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦੀ ਲਾਸਾਨੀ ਸ਼ਹੀਦੀ ਤੇ ਸ਼ਹਾਦਤਾਂ ਦਾ ਦੌਰ ਚੱਲ ਰਿਹਾ ਹੈ, ਜਿਸ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਉਹਨਾਂ ਨੂੰ ਯਾਦ ਕਰਕੇ, ਉਹਨਾਂ ਦੀ ਲਾਸਾਨੀ ਸ਼ਹੀਦੀ ਨੂੰ ਕੋਟਾਨ ਕੋਟਾਨ ਪ੍ਰਣਾਮ ਕਰਦੇ ਹਾਂ। ਜਿੱਥੇ ਪ੍ਰਣਾਮ ਕਰਦੇ ਹਾਂ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਬੈਠ ਕੇ ਉਹਨਾਂ ਦੀ ਸਿਫਤ ਸਲਾਹ ਤੇ ਉਹ ਕਿਹੋ ਜਿਹੇ ਦਿਨ ਸਨ, ਉਹ ਕਿਹੋ ਜਿਹੀਆਂ ਕਾਲੀਆਂ ਰਾਤਾਂ ਸਨ ਪਹੁੰਚਦੀਆਂ, ਜਿੱਥੇ ਮੇਰੇ ਸਤਿਗੁਰ ਗੁਰੂ ਕਲਗੀਧਰ ਪਾਤਸ਼ਾਹ ਪਿਤਾ ਨੂੰ ਘਰ-ਬਾਰ ਛੱਡਣਾ ਪਿਆ, ਆਨੰਦਪੁਰ ਦਾ ਕਿਲਾ ਛੱਡਣਾ ਪਿਆ, ਪਰਿਵਾਰ ਵਿਛੜ ਗਿਆ, ਬੱਚੇ ਵਿਛੜ ਗਏ। ਉਹ ਕਿਹੋ ਜਿਹੀਆਂ ਭਿਆਨਕ ਰਾਤਾਂ ਹੋਣਗੀਆਂ, ਉਹ ਕਿਹੋ ਜਿਹਾ ਭਿਆਨਕ ਸਮਾਂ ਹੋਏਗਾ ਜਿੱਥੇ ਕਲਗੀਧਰ ਪਾਤਸ਼ਾਹ ਨੇ ਪਰਿਵਾਰ ਪਿਤਾ ਵਾਰਿਆ ਚਾਂਦਨੀ ਚੌਂਕ ਦੇ ਵਿੱਚ, ਪੁੱਤਰ ਵਾਰ ਦਿੱਤੇ ਚਮਕੌਰ ਦੇ ਵਿੱਚ, ਛੋਟੇ ਲਖਤੇ ਜਿਗਰ ਵਾਰ ਦਿੱਤੇ ਸਰਹੰਦ ਦੇ ਵਿੱਚ। ਫਿਰ ਵੀ ਪਾਤਸ਼ਾਹ ਨੇ ਉਫ ਤੱਕ ਨਹੀਂ ਕੀਤੀ। ਫਿਰ ਵੀ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਹਣਾ। ਇਹ ਕਿਹੋ ਜਿਹੀ ਅਰਦਾਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ, ਕਿਹੋ ਜਿਹਾ ਜਿਗਰਾ ਸੀ ਕਲਗੀਧਰ ਪਿਤਾ ਪਾਤਸ਼ਾਹ ਦਾ। ਅੱਜ ਦੇ ਦਿਹਾੜੇ ਮੇਰੇ ਕਲਗੀਧਰ ਪਿਤਾ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ, ਜੋ ਵਾਰੋ ਵਾਰੀ ਪਿਤਾ ਤੋਂ ਆਗਿਆ ਲੈਂਦੇ ਹੋਏ 10 ਲੱਖ ਮੁਗਲਾਂ ਦੇ ਨਾਲ ਚਮਕੌਰ ਦੇ ਵਿੱਚ ਸ਼ਹਾਦਤ ਪਾ ਗਏ। ਅੱਜ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੇ ਵਿੱਚ, ਉਹਨਾਂ ਦੋਨਾਂ ਜਣਿਆਂ ਨੇ ਹੱਸਦੇ ਹੱਸਦੇ ਸ਼ਹਾਦਤਾਂ ਨੂੰ ਗਲੇ ਲਗਾ ਲਿਆ ਤੇ ਮੌਤ ਨੂੰ ਹਰਾ ਕੇ ਹਮੇਸ਼ਾ ਦੇ ਵਾਸਤੇ ਜਿੱਤ ਕੇ ਚਲੇ ਗਏ। ਸੋ ਇਸ ਦੇ ਨਾਲ ਅਸੀਂ ਉਹਨਾਂ ਨੂੰ ਸਭ ਨੂੰ ਕੋਟਾਨ ਕੋਟਾਨ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ, ਸਿਰ ਝੁਕਾਉਂਦੇ ਹਾਂ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਿਰਕਤ ਕਰ ਰਹੇ ਨੇ ਸਰਦਾਰ ਪ੍ਰੀਤਮ ਸਿੰਘ ਜੀ, ਚੱਖ ਪੱਖੀ ਤੋਂ ਪੰਜਾਬ ਦੇ ਰਹਿਣ ਵਾਲੇ ਨੇ, ਪਰ ਇਸ ਸਮੇਂ ਦਿੱਲੀ ਦੇ ਵਿੱਚ ਜੋ ਗੁਰਦੁਆਰਾ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਤੇ ਹੈਗਾ, ਬਾਬਾ ਫਤਿਹ ਸਿੰਘ ਤੇ ਜੋਰਾਵਰ ਸਿੰਘ ਜੀ ਦੇ ਨਾਮ ਤੇ ਜੋ ਗੁਰਦੁਆਰਾ ਦਿੱਲੀ ਵਿਖੇ ਬਣਾ ਫਤਿਹ ਨਗਰ ਵਿੱਚ, ਉੱਥੇ ਸੇਵਾ ਨਿਭਾ ਰਹੇ ਨੇ। ਆਪਾਂ ਉਹਨਾਂ ਦੇ ਨਾਲ ਅੱਜ ਦੀ ਇਸ ਪੁਰਬ ਤੇ ਵੱਡੇ ਚਮਕੌਰ ਦਾ ਸਾਕਾ ਜੋ ਇਤਿਹਾਸ ਕਹਿੰਦਾ, ਉਹਦੇ ਬਾਬਤ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਇਸ ਲਾਸਾਨੀ ਸ਼ਹਾਦਤ ਪ੍ਰਸਾਦ ਪਾਵਾਂਗੇ। ਸਰਦਾਰ ਭਾਈ ਪ੍ਰੀਤਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਪੰਜਾਬੀ ਵਿਰਾਸਤ USA ਚੈਨਲ ਤੇ। ਬਹੁਤ ਧੰਨਵਾਦ ਜੀ। ਪੰਜਾਬੀ ਵਿਰਾਸਤ ਚੈਨਲ ਦੇਖਣ ਵਾਲੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਸਾਰੇ ਹੀ ਸਮੂਹ ਨਾਨਕ ਨਾਮ ਲੈਵਾ ਸਿੱਖਾਂ ਨੂੰ ਅੱਜ ਦੇ ਇਤਿਹਾਸ ਦੇ ਬਾਰੇ ਸਾਂਝ ਪਾਉਣ ਦੇ ਲਈ ਆਪ ਜੀ ਨੇ ਜੋ ਵਿਸ਼ੇਸ਼ ਉਪਰਾਲਾ ਕੀਤਾ ਹੈ, ਇਹਦੇ ਲਈ ਸਮੁੱਚੀ ਟੀਮ ਦਾ ਬਹੁਤ ਧੰਨਵਾਦ ਹੈ। ਅੱਜ ਦਾ ਜੋ ਦਿਨ ਹੈ 22 ਦਸੰਬਰ ਦਾ ਦਿਨ, ਸਿੱਖ ਇਤਿਹਾਸ ਦੇ ਵਿੱਚ ਬਹੁਤ ਵਿਲੱਖਣ ਦਿਨ ਹੈ। ਇਸ ਦਿਨ ਸਾਹਿਬ ਕਮਾਲ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰਾਂ ਦੇ ਲਖਤੇ ਜਿਗਰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ ਚਮਕੌਰ ਦੀ ਧਰਤੀ ਤੇ। ਸੋ ਸਤਿਗੁਰੂ ਪਾਤਸ਼ਾਹ ਜੀ ਜਿਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਹੋਣ ਦੇ ਲਈ ਦਿੱਲੀ ਦੀ ਧਰਤੀ ਤੇ ਤੋਰਦੇ ਨੇ ਅਤੇ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਦਿੱਲੀ ਦੀ ਧਰਤੀ ਤੇ ਆਪਣੀ ਸ਼ਹਾਦਤ ਦਿੱਤੀ, ਉਸ ਵਕਤ ਜਿਹੜੇ ਬਚਨ ਕਹੇ ਸਨ, ਬੜੇ ਕਮਾਲ ਦੇ ਬਚਨ ਇੱਕ ਕਵੀ ਨੇ ਨੋਟ ਕੀਤੇ ਨੇ। ਜਿਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰਨ ਲੱਗੇ ਤੇ ਜਲਾਦ ਹੱਥ ਵਿੱਚ
ਤਲਵਾਰ ਲੈ ਕੇ ਸੱਚੇ ਪਾਤਸ਼ਾਹ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੇ ਮਹਾਰਾਜ ਨੇ ਆਖਿਆ ਸੀ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ, ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਮੇਰੇ ਸਾਹਵੇਂ ਨਹੀਂ ਸਕਦੀਆਂ ਹੋ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਨ ਮਾਣੀ, ਵੇਖ ਪਿਤਾ ਦੀਆਂ ਪਹਿਨੀਆਂ 2 ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੇਗਾ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਵੀ ਤੇਗ ਨਿਕਲੂ, ਲੱਖਾਂ ਲਾਏਗੀ ਤੇਰੀਆਂ ਖੋ ਤੇਗਾਂ। ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਕ ਵਿੱਚ ਦਿੱਤੀ ਤੇ ਸਤਿਗੁਰਾਂ ਦਾ ਸੀਸ ਭਾਈ ਜੈਤਾ ਜੀ ਦਿੱਲੀ ਤੋਂ ਲੈ ਕਰਕੇ ਅਨੰਦਪੁਰ ਸਾਹਿਬ ਪਹੁੰਚਦੇ ਨੇ। ਸੱਚੇ ਪਾਤਸ਼ਾਹ ਜੀ ਨੇ ਭਾਈ ਜੈਤਾ ਜੀ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਮਾਣ ਦਿੱਤਾ ਅਤੇ ਨਾਲ ਇਹ ਵੀ ਸਵਾਲ ਕੀਤਾ ਕਿ ਜਿਸ ਵੇਲੇ ਸੱਚੇ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਦਿੱਲੀ ਵਿਖੇ ਦਿੱਤੀ ਹੈ, ਉਸ ਵਕਤ ਦਿੱਲੀ ਦੀ ਧਰਤੀ ਤੇ ਚਾਂਦਨੀ ਚੌਕ ਵਿੱਚ ਬਹੁਤ ਵੱਡਾ ਇਕੱਠ ਹੋਇਆ ਸੀ ਤੇ ਮਹਾਰਾਜ ਕਹਿਣ ਲੱਗੇ ਉਸ ਇਕੱਠ ਦੇ ਵਿੱਚ ਸਿੱਖ ਵੀ ਬਹੁਤ ਸਾਰੇ ਆਏ ਹੋਣਗੇ। ਤੇ ਭਾਈ ਜੈਤਾ ਜੀ ਨੇ ਆਖਿਆ, ਮਹਾਰਾਜ ਇਕੱਠ ਤੇ ਬਹੁਤ ਸੀ ਪਰ ਉੱਥੇ ਸਿੱਖਾਂ ਦੀ ਪਛਾਣ ਨਹੀਂ ਸੀ ਹੋ ਰਹੀ ਕਿ ਕਿਹੜੇ ਗੁਰੂ ਕੇ ਸਿੱਖ ਨੇ, ਕਿਹੜੇ ਆਮ ਲੋਕ ਨੇ। ਉਸ ਵਕਤ ਸੱਚੇ ਪਾਤਸ਼ਾਹ ਨੇ ਆਖਿਆ ਸੀ, ਮੈਂ ਹੁਣ ਸਿੱਖ ਨੂੰ ਇੱਕ ਐਸਾ ਸਰੂਪ ਬਖਸ਼ਿਸ਼ ਕਰਾਂਗਾ ਕਿ ਲੱਖਾਂ ਦੇ ਵਿੱਚ ਵੀ ਉਖੜਾ ਹੋਇਆ ਇੱਕ ਆਪਣੀ ਵੱਖਰੀ ਪਛਾਣ ਰੱਖੇਗਾ ਜੀ। ਤੇ ਆਉਣ ਵਾਲੇ ਜਿਹੜੇ ਹਾਲਾਤ ਨੇ, ਜਿਸ ਤਰ੍ਹਾਂ ਜ਼ਬਰ ਜ਼ੁਲਮ ਵੱਧਦਾ ਜਾ ਰਿਹਾ ਹੈ, ਉਹਨੂੰ ਰੋਕਣ ਦੇ ਲਈ ਸੱਚੇ ਪਾਤਸ਼ਾਹ ਨੇ ਫਿਰ ਸਾਰੀਆਂ ਤਿਆਰੀਆਂ ਆਰੰਭ ਕੀਤੀਆਂ। ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਿਲੇ ਜਿਹੜੇ ਨੇ ਉਹ ਬਣਾਏ। ਸੱਚੇ ਪਾਤਸ਼ਾਹ ਨੇ ਫੌਜਾਂ ਤਿਆਰ ਕੀਤੀਆਂ। ਇਹਦੇ ਨਾਲ ਨਾਲ ਰਣਜੀਤ ਨਗਾਰਾ ਮਹਾਰਾਜ ਨੇ ਤਿਆਰ ਕੀਤਾ। ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਹੁੰਦੇ ਨੇ, ਨਾਲ ਯੋਧਿਆਂ ਨੂੰ ਲੈ ਕੇ ਸ਼ਿਕਾਰ ਖੇਡਣ ਵਾਸਤੇ ਨਿਕਲਦੇ ਨੇ। ਰਣਜੀਤ ਨਗਾਰੇ ਤੇ ਚੋਟਾਂ ਪੈਂਦੀਆਂ ਨੇ। ਇਹ ਸਾਰਾ ਕੁਝ ਵੇਖ ਕੇ 22 ਧਾਰ ਦੇ ਜਿਹੜੇ ਹਿੰਦੂ ਪਹਾੜੀ ਰਾਜੇ ਸਨ, ਉਹ ਘਬਰਾ ਗਏ ਕਿ ਸ਼ਾਇਦ ਸੱਚੇ ਪਾਤਸ਼ਾਹ ਜੀ ਇਹ ਫੌਜਾਂ ਦੀ ਮਦਦ ਦੇ ਨਾਲ ਆਪਣੀ ਤਾਕਤ ਨੂੰ ਹੋਰ ਵਧਾਉਣ ਦੇ ਲਈ ਸਾਡੇ ਕੋਲੋਂ ਸਾਡੇ ਰਾਜ ਭਾਗ ਕਿਤੇ ਖੋਹ ਨਾ ਲੈਣ। ਇਸ ਵਾਸਤੇ 22 ਧਾਰ ਦੇ ਹਿੰਦੂ ਪਹਾੜੀ ਰਾਜਿਆਂ ਨੇ ਇਕੱਠੇ ਹੋ ਕਰਕੇ ਸਭ ਤੋਂ ਪਹਿਲਾਂ ਮਹਾਰਾਜ ਤੇ ਹਮਲਾ ਕੀਤਾ। ਉਹ ਹਮਲਾ ਜਿਹੜਾ ਸੀ ਪਾਉਂਟਾ ਸਾਹਿਬ ਦੀ ਧਰਤੀ ਭੰਗਾਣੀ ਦੇ ਅਸਥਾਨ ਤੇ ਯੁੱਧ ਹੋਇਆ। ਉਸ ਵਕਤ ਜਦੋਂ ਯੁੱਧ ਹੋਇਆ ਤੇ ਮਹਾਰਾਜ ਦੇ ਕੋਲ ਪੀਰ ਬੁੱਧੂ ਸ਼ਾਹ ਸਡੋਰੇ ਵਾਲਾ ਆਪਣੇ 700 ਮੁਰੀਦ ਲੈ ਕੇ ਆਇਆ, ਆਪਣੇ ਪੁੱਤਰਾਂ ਨੂੰ ਭਰਾਵਾਂ ਨੂੰ ਲੈ ਕੇ ਆਇਆ। ਕਲਗੀਧਰ ਪਾਤਸ਼ਾਹ ਦੇ ਭੂਆ ਦੇ ਪੁੱਤ ਭਾਈ ਸੰਗੋ ਸ਼ਾਹ, ਭਾਈ ਜੀਤ ਮਲ ਜੀ, ਉਹ ਵੀ ਜੰਗ ਵਿੱਚ ਸ਼ਹੀਦ ਹੁੰਦੇ ਨੇ ਤੇ 22 ਧਾਰ ਦੇ ਹਿੰਦੂ ਪਹਾੜੀ ਰਾਜਿਆਂ ਦੀ ਹਾਰ ਹੋਈ। ਸਤਿਗੁਰੂ ਪਾਤਸ਼ਾਹ ਦੀ ਭੰਗਾਣੀ ਦੇ ਯੁੱਧ ਵਿੱਚ ਜਿੱਤ ਹੁੰਦੀ ਹੈ। ਉਸ ਤੋਂ ਬਾਅਦ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਸੱਚੇ ਪਾਤਸ਼ਾਹ ਨੇ ਕੁਝ ਸਮੇਂ ਬਾਅਦ ਫਿਰ ਖਾਲਸਾ ਪੰਥ ਦੀ ਸਾਜਨਾ ਕੀਤੀ। ਤੇ ਜਿਸ ਦਿਨ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਕੇਸਗੜ੍ਹ ਸਾਹਿਬ ਦੀ ਧਰਤੀ ਤੇ 80,000 ਦੇ ਵੱਡੇ ਇਕੱਠ ਦੇ ਵਿੱਚੋਂ ਮਹਾਰਾਜ ਨੇ 5 ਪਿਆਰਿਆਂ ਦੀ ਚੋਣ ਕੀਤੀ। ਤੇ ਸੱਚੇ ਪਾਤਸ਼ਾਹ ਜੀ ਨੇ 5 ਪਿਆਰਿਆਂ ਦੀ ਚੋਣ ਕਰਨ ਦੇ ਲਈ ਜਿਹੜਾ ਤਰੀਕਾ ਅਖਤਿਆਰ ਕੀਤਾ, ਅਪਣਾਇਆ, ਉਹ ਇੱਕ ਵਿਲੱਖਣ ਸੀ। ਅੱਜ ਵੀ ਆਪਾਂ ਵੇਖਦੇ ਹਾਂ, ਅੱਜ ਵੀ ਚੋਣ ਹੁੰਦੀ ਹੈ, ਅੱਜ ਵੋਟਿੰਗ ਸਿਸਟਮ ਹੈ, ਵੋਟਾਂ ਪਾ ਕੇ ਚੁਣੇ ਜਾਂਦੇ ਨੇ ਨੁਮਾਇੰਦੇ। ਪਰ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਸਿੱਖਾਂ ਦੀ ਚੋਣ ਕੀਤੀ, ਜਿਨ੍ਹਾਂ ਨੂੰ ਪਿਆਰੇ ਆਖਿਆ, ਉਹਨਾਂ ਦੀ ਕੋਈ ਵੋਟਾਂ ਪਾ ਕੇ ਚੋਣ ਨਹੀਂ ਕੀਤੀ। ਸੱਚੇ ਪਾਤਸ਼ਾਹ ਨੇ ਆਖਿਆ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਮਹਾਰਾਜ ਨੇ ਆਖਿਆ, ਜਿਨ੍ਹਾਂ ਨੇ ਇਸ ਮੁਕਾਮ ਨੂੰ ਹਾਸਲ ਕਰਨਾ ਹੈ, ਗੁਰੂ ਕੇ ਪਿਆਰੇ ਬਣਨਾ, ਆਓ ਸੀਸ ਭੇਟਾ ਕਰੋ।
ਤੇ ਵਾਰੀ-ਵਾਰੀ 5 ਸਿੱਖਾਂ ਨੇ ਸੀਸ ਮਹਾਰਾਜ ਨੂੰ ਭੇਟ ਕੀਤੇ। ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਉਹਨਾਂ ਨੂੰ ਛਕਾ ਕੇ ਸਿੰਘ ਸਜਾਇਆ। ਉਹਨਾਂ ਦੇ ਪਾਸੋਂ ਫਿਰ ਆਪ ਅੰਮ੍ਰਿਤ ਪਾਨ ਕੀਤਾ। ਹੁਣ ਜਿੰਨੇ ਵੀ ਲੋਕ ਉਸ ਸਮੇਂ ਇਕੱਤਰ ਹੋਏ ਸਨ, ਬਹੁਤਾਤ ਲੋਕਾਂ ਨੇ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਸੱਚੇ ਪਾਤਸ਼ਾਹ ਨੇ ਆਖਿਆ, ਅੱਜ ਮੈਂ ਖਾਲਸੇ ਨੂੰ ਸਜਾਇਆ ਹੈ, ਖਾਲਸੇ ਦੀ ਸਾਜਨਾ ਕੀਤੀ ਹੈ। ਖਾਲਸੇ ਨੂੰ ਅਕਾਲ ਪੁਰਖ ਦੀ ਫੌਜ ਆਖਿਆ ਗਿਆ। ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ। ਤੇ ਨਾਲ ਸੱਚੇ ਪਾਤਸ਼ਾਹ ਨੇ ਆਖਿਆ ਕਿ ਜਿਨ੍ਹਾਂ ਲੋਕਾਂ ਨੂੰ ਸਮਾਜ ਦੇ ਵਿੱਚ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਗਿਆ, ਹਮੇਸ਼ਾ ਨੀਚ ਕਹਿ ਕੇ, ਨੀਵੇਂ ਕਹਿ ਕੇ ਦੁਰਕਾਰਿਆ ਗਿਆ, ਮਹਾਰਾਜ ਕਹਿੰਦੇ ਮੈਂ ਉਹਨਾਂ ਦਾ ਹਾਮੀ ਆ, ਮੈਂ ਉਹਨਾਂ ਨੂੰ ਸਰਦਾਰੀਆਂ ਬਖਸ਼ੂੰਗਾ। ਤੇ ਇਹ ਜਿਹੜੀ ਵਿਚਾਰਧਾਰਾ ਹੈ ਗੁਰੂ ਨਾਨਕ ਸਾਹਿਬ ਤੋਂ ਚੱਲੀ ਹੋਈ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਗੁਰਬਾਣੀ ਦੇ ਅੰਦਰ ਇਸ ਗੱਲ ਤੇ ਮੋਹਰ ਲਾਈ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਣ ਤਿੱਥੇ ਨਦਰ ਤੇਰੀ ਬਖਸ਼ੀਸ਼। ਤੇ ਕਲਗੀਧਰ ਪਾਤਸ਼ਾਹ ਨੇ ਵੀ ਆਖਿਆ, ਜਿਨ ਕੀ ਜਾਤ ਬਰਨ ਕੁਲ ਮਾਹੀ, ਸਿਰਦਾਰੀ ਨਾ ਭਈ ਕਦਾਹੀ, ਇन्हीं को सरदार बनाऊं तबे गोबिंद सिंह नाम कहाऊं। ਹੁਣ ਜਿਹੜੇ ਲੋਕ ਨਿਮਾਣੇ ਬਣ ਕੇ, ਨਿਤਾਣੇ ਬਣ ਕੇ, ਮਜ਼ਲੂਮ ਬਣ ਕੇ ਸਦੀਆਂ ਤੋਂ ਜ਼ੁਲਮ ਸਹਿ ਰਹੇ ਸਨ, ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਤਿਆਰ ਬਰ ਤਿਆਰ ਕੀਤਾ। ਖੰਡੇ ਬਾਟੇ ਦੀ ਪੌਲ ਦੇ ਕੇ ਉਹਨਾਂ ਨੂੰ ਤਿਆਰ ਕੀਤਾ, ਸ਼ਸਤਰਧਾਰੀ ਹੋਣ ਦਾ ਹੁਕਮ ਕੀਤਾ। ਤੇ ਜਿਹੜੇ ਲੋਕ ਕਹਿੰਦੇ ਸਨ ਕਾਮ ਹਮਾਰਾ ਤੋਲਣ ਤਕੜੀ, नंगी कर्द कबो नहीं पकड़ी, चिड़ी उड़े तो हम डर जाएं, दुश्मन से कैसे लड़ पाए। ਜਦੋਂ ਖੰਡੇ ਬਾਟੇ ਦੀ ਪੌਲ ਉਹਨਾਂ ਨੇ ਪ੍ਰਾਪਤ ਕੀਤੀ, ਕਲਗੀਧਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਉਹ ਇਕੱਲਾ ਮਨੁੱਖ 1.25 ਲੱਖ ਦਾ ਮੁਕਾਬਲਾ ਕਰਨ ਦੇ ਯੋਗ ਬਣ ਗਿਆ। ਸੋ 22 ਧਾਰ ਦੇ ਪਹਾੜੀ ਰਾਜੇ, ਇਹ ਸਾਰਾ ਕੁਝ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੋਇਆ ਜੀ। ਪਹਿਲੀ ਵਾਰ ਉਹਨਾਂ ਨੇ ਖੁਦ ਹਮਲਾ ਕੀਤਾ, ਜਿੱਤ ਪ੍ਰਾਪਤ ਨਹੀਂ ਕਰ ਸਕੇ। ਤੇ ਦੂਸਰੀ ਵੇਰਾਂ ਉਹਨਾਂ ਨੇ ਫਿਰ ਸਰਹੰਦ ਦੇ ਸੂਬੇ ਦੀ ਮਦਦ ਲਈ, ਦਿੱਲੀ ਦਰਬਾਰ ਤੋਂ ਮਦਦ ਲੈ ਕੇ ਉਹਨਾਂ ਨੇ ਕਲਗੀਧਰ ਪਾਤਸ਼ਾਹ ਤੇ ਵਾਰ-ਵਾਰ ਹਮਲੇ ਕੀਤੇ। ਇਹਨਾਂ ਲੜਾਈਆਂ ਦੇ ਵਿੱਚੋਂ ਲੋਹਗੜ੍ਹ ਦੇ ਕਿਲੇ ਦੀ ਲੜਾਈ ਬੜੀ ਮਹੱਤਵਪੂਰਨ ਹੈ। ਲੋਹਗੜ੍ਹ ਦੇ ਕਿਲੇ ਤੇ ਕਬਜ਼ਾ ਕਰਨ ਲਈ ਜਦੋਂ ਮਸਤ ਹਾਥੀ ਨੂੰ ਲੈ ਕੇ ਆਏ ਤੇ ਸੱਚੇ ਪਾਤਸ਼ਾਹ ਦੇ ਸੂਰਬੀਰ ਯੋਧੇ ਬਾਬਾ ਬਚਿੱਤਰ ਸਿੰਘ ਨੇ ਮਸਤ ਹਾਥੀ ਦਾ ਮੁਕਾਬਲਾ ਵੀ ਕੀਤਾ। ਸੋ ਲਗਾਤਾਰ ਇਹ ਲੜਾਈਆਂ ਚੱਲਦੀਆਂ ਰਹੀਆਂ। ਇਹਨਾਂ ਲੜਾਈਆਂ ਦੇ ਦਰਮਿਆਨ ਬਹੁਤ ਸਾਰੇ ਸਿੰਘਾਂ ਨੇ ਜੰਗਾਂ ਦੇ ਵਿੱਚ ਸ਼ਹਾਦਤਾਂ ਪ੍ਰਾਪਤ ਕੀਤੀਆਂ, ਸੱਚੇ ਪਾਤਸ਼ਾਹ ਦੇ ਲਈ ਆਪਣਾ ਆਪ ਕੁਰਬਾਨ ਕੀਤਾ। ਤੇ ਆਖਰਕਾਰ ਅਨੰਦਪੁਰ ਸਾਹਿਬ ਨੂੰ ਲੰਮਾ ਘੇਰਾ ਪਾਇਆ ਗਿਆ। ਲਗਾਤਾਰ 7 ਮਹੀਨੇ ਤੋਂ ਉੱਪਰ ਦਾ ਸਮਾਂ ਜਿਹੜਾ ਸੀ, ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ ਗਿਆ। ਹੁਣ ਜਦੋਂ ਲੰਮਾ ਘੇਰਾ ਪਾਇਆ, ਇਸ ਘੇਰੇ ਦਰਮਿਆਨ ਅਜੇ ਤੱਕ ਮੁਗਲ ਫੌਜਾਂ ਨੂੰ ਕੋਈ ਵੀ ਪ੍ਰਾਪਤੀ ਨਹੀਂ ਹੋ ਸਕੀ। ਨਾ ਉਹ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਜਿੱਤ ਸਕੇ, ਨਾ ਗੁਰੂ ਗੋਬਿੰਦ ਸਿੰਘ ਨੂੰ ਫੜ ਸਕੇ ਨੇ। ਤੇ ਔਰੰਗਜ਼ੇਬ ਨੇ ਬਹੁਤ ਸਖਤੀ ਕੀਤੀ, ਕਹਿਣ ਲੱਗੇ ਇੰਨਾ ਸਮਾਂ ਹੋ ਗਿਆ ਤੁਹਾਨੂੰ, ਇੰਨਾ ਰਾਸ਼ਨ ਪਾਣੀ ਫੌਜਾਂ ਨੇ ਖਾ ਲਿਆ, ਇੰਨਾ ਖਰਚਾ ਹੋ ਗਿਆ ਹੈ, ਇੰਨਾ ਸਮਾਂ ਲੱਗ ਗਿਆ ਹੈ, ਅਜੇ ਤੱਕ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਫਤਿਹ ਨਹੀਂ ਕੀਤਾ। ਕਹਿੰਦੇ ਜਦੋਂ ਕੋਈ ਪੇਸ਼ ਨਾ ਗਈ ਫੌਜਾਂ ਦੀ, ਤੇ ਫਿਰ ਇਹਨਾਂ ਸਾਰੀਆਂ ਫੌਜਾਂ ਨੇ ਰਲ ਕੇ ਆਖਿਆ ਕਿ ਸੱਚੇ ਪਾਤਸ਼ਾਹ ਨੂੰ ਅਸੀਂ ਕੋਈ ਪੱਤਰ ਲਿਖੀਏ, ਬੇਨਤੀ ਕਰੀਏ ਕਿ ਤੁਸੀਂ ਕੁਝ ਸਮੇਂ ਲਈ ਕਿਲਾ ਛੱਡ ਕੇ ਚਲੇ ਜਾਓ, ਅਸੀਂ ਔਰੰਗਜ਼ੇਬ ਨੂੰ ਜਵਾਬ ਦੇਵਾਂਗੇ ਕਿ ਅਸੀਂ ਕਿਲਾ ਖਾਲੀ ਕਰਵਾ ਲਿਆ ਜੀ। ਉਸ ਵਕਤ ਇਤਿਹਾਸਕਾਰ ਦੱਸਦੇ ਨੇ ਕਿ ਪੰਮਾ ਪ੍ਰੋਹਤ ਨਾਂ ਦਾ ਇੱਕ ਪੰਡਤ ਸੱਚੇ ਪਾਤਸ਼ਾਹ ਦੇ ਕੋਲ ਆਇਆ। 22 ਧਾਰ ਦੇ ਹਿੰਦੂ ਪਹਾੜੀ ਰਾਜਿਆਂ ਨੇ ਗਊ ਦੀ ਕਸਮ ਖਾਧੀ, ਮੁਗਲ ਫੌਜਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ ਤੇ ਚਿੱਠੀ ਮਹਾਰਾਜ ਦੇ ਕੋਲ ਲੈ ਕੇ ਆਇਆ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਕਿਲਾ ਖਾਲੀ ਕਰਦੇ ਕੁਝ ਸਮੇਂ ਲਈ, ਅਸੀਂ ਔਰੰਗਜ਼ੇਬ ਨੂੰ ਜਵਾਬਦੇਹ ਹੋ ਜਾਵਾਂਗੇ ਕਿ ਅਸੀਂ ਕਿਲਾ ਖਾਲੀ ਕਰਵਾ ਲਿਆ, ਬਾਅਦ ਵਿੱਚ ਭਾਵੇਂ ਤੁਸੀਂ ਇੱਥੇ ਆ ਕੇ ਫਿਰ ਵਸਣਾ ਸ਼ੁਰੂ ਕਰ ਦਿਓ। ਪਰ ਮਹਾਰਾਜ ਜਾਣਦੇ ਸੀ ਵੀ ਇਹ ਚਾਲ ਉਹਨਾਂ ਦੀ ਬਹੁਤ ਵੱਡੀ ਹੈ।
ਫਿਰ ਵੀ ਸੱਚੇ ਪਾਤਸ਼ਾਹ ਨੇ ਕੁਰਾਨ ਦੀ ਕਸਮ ਤੇ ਗਊ ਦੀਆਂ ਖਾਧੀਆਂ ਕਸਮਾਂ ਦੀ ਲਾਜ ਰੱਖਦਿਆਂ ਹੋਇਆਂ ਆਖਿਆ, ਠੀਕ ਹੈ, ਅਸੀਂ ਕਿਲਾ ਖਾਲੀ ਕਰ ਦਿੰਨੇ ਆ। ਉਹਨਾਂ ਕਿਹਾ, ਜੀ ਤੁਹਾਡੇ ਤੇ ਕੋਈ ਹਮਲਾ ਨਹੀਂ ਕਰਾਂਗੇ ਅਸੀਂ, ਤੁਸੀਂ ਆਰਾਮ ਨਾਲ ਪਰਿਵਾਰ ਸਮੇਤ ਕਿਲੇ ਨੂੰ ਛੱਡ ਕੇ ਚਲੇ ਜਾਓ। ਤੋਂ 6 ਅਤੇ 7 ਪੋਹ ਦੀ ਵਿਚਕਾਰਲੀ ਰਾਤ, ਜੋ ਰਾਤ ਲੰਘ ਕੇ ਗਈ ਹੈ, ਜੀ ਸੱਚੇ ਪਾਤਸ਼ਾਹ ਜੀ ਕਿਲਾ ਖਾਲੀ ਕਰਕੇ ਤੇ ਪਰਿਵਾਰ ਸਮੇਤ ਤੁਰ ਪੈਂਦੇ ਨੇ। ਜਿਸ ਵੇਲੇ ਸਾਰਾ ਪਰਿਵਾਰ ਸੱਚੇ ਪਾਤਸ਼ਾਹ ਦੇ ਸਿੰਘ ਸਰਸਾ ਦੇ ਕੰਢੇ ਤੇ ਪਹੁੰਚੇ ਨੇ ਤੇ ਉਸ ਵੇਲੇ ਅੰਮ੍ਰਿਤ ਵੇਲਾ ਹੋ ਚੁੱਕਾ ਸੀ। ਯੋਗੀ ਅੱਲਾ ਯਾਰ ਖਾਨ ਜੀ ਲਿਖਦੇ ਨੇ ਕਿ ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਜਾਵੇ, ਸਰਸਾ ਦੇ ਕੰਢੇ ਦੀਵਾਨ ਸਜਾਇਆ ਜਾਏ। था सर पे वक्त आ गया आशा की वार का, साजों की जेरो बम चढ़ाओ उतार का, मनशा था कलगी तर के दिल बेकरार का, वक्त मिले तो कर ले भजन किरदगार का। महाराज कहते इत्थे बैठ के बाणी पढ़ी जाए, जपजी का पाठ उस घड़ी करना जरूर था, पढ़ के ग्रंथ को बढ़ाना सरूर था। हुण जिस वक्त सच्चे पातशाह ने दीवान सजाया ਤਾਂ ਇਧਰ ਸਾਰੀਆਂ ਕਸਮਾਂ ਸਾਰੇ ਵਾਅਦੇ ਤੋੜ ਕੇ ਮੁਗਲ ਫੌਜਾਂ ਨੇ, ਪਹਾੜੀ ਫੌਜਾਂ ਨੇ ਮਹਾਰਾਜ ਤੇ ਹਮਲਾ ਕੀਤਾ। ਸਰਸਾ ਦੇ ਕੰਢੇ ਬੜੀ ਘਮਸਾਨ ਦੀ ਜੰਗ ਹੁੰਦੀ ਹੈ। ਇਸ ਜੰਗ ਦੇ ਵਿੱਚ ਭਾਈ ਜੀਵਨ ਸਿੰਘ ਜੀ ਸ਼ਹੀਦ ਹੁੰਦੇ ਨੇ, ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੁੰਦੇ ਨੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਉਦੈ ਸਿੰਘ ਜੀ ਸਾਰੀਆਂ ਫੌਜਾਂ ਦਾ ਡਟ ਕੇ ਮੁਕਾਬਲਾ ਕਰਦੇ ਨੇ। ਮਹਾਰਾਜ ਪਰਿਵਾਰ ਨੂੰ ਹੁਕਮ ਕਰਦੇ ਕਿ ਸਰਸਾ ਨੂੰ ਪਾਰ ਕੀਤਾ ਜਾਏ। ਹੁਣ ਸਰਸਾ ਜਿਹੜੀ ਨਦੀ ਹੈ, ਇਹਦੇ ਵਿੱਚ ਮੀਂਹ ਪੈਣ ਕਰਕੇ ਬਹੁਤ ਜ਼ਿਆਦਾ ਪਾਣੀ ਭਰਿਆ ਸੀ, ਬੜਾ ਤੇਜ਼ ਪਾਣੀ ਚੱਲ ਰਿਹਾ ਸੀ ਤੇ ਉੱਪਰੋਂ ਅੰਤਾਂ ਦੀ ਠੰਡ ਹੈ, ਜਿਸ ਕਰਕੇ ਬਹੁਤ ਸਾਰੇ ਸਿੰਘ ਇਸ ਭਰੀ ਹੋਈ ਸਰਸਾ ਦੇ ਵਹਿਣ ਦੇ ਵਿੱਚ ਹੀ ਬਹਿ ਗਏ। ਕੁਝ ਕੁ ਸਿੰਘ ਸਰਸਾ ਤੋਂ ਪਾਰ ਹੋ ਸਕੇ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਸਰਸਾ ਤੋਂ ਪਾਰ ਹੋਏ। ਇਧਰ ਕਲਗੀਧਰ ਪਾਤਸ਼ਾਹ ਜੀ ਦੇ ਨਾਲ 40 ਸਿੰਘ ਸਾਹਿਬਜ਼ਾਦੇ 5 ਪਿਆਰੇ ਉਹ ਸਰਸਾ ਤੋਂ ਪਾਰ ਹੋਏ। ਗੁਰੂ ਕੇ ਮਹਿਲ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਅਤੇ ਨਾਲ ਇਹਨਾਂ ਦੇ ਭਾਈ ਮਣੀ ਸਿੰਘ, ਭਾਈ ਜਵਾਹਰ ਸਿੰਘ ਜੀ, ਇਹ ਪਰਿਵਾਰ ਵੀ ਸਰਸਾ ਤੋਂ ਪਾਰ ਹੋ ਗਿਆ। ਹੁਣ ਜਦੋਂ ਸਰਸਾ ਨੂੰ ਪਾਰ ਕਰਕੇ ਅੱਗੇ ਤੁਰਨ ਲੱਗੇ ਨੇ ਤਾਂ ਉਸ ਵੇਲੇ ਰੋਪੜ ਦੇ ਇਲਾਕੇ ਦੇ ਵਿੱਚੋਂ ਰੰਗੜਾ ਗੁੱਜਰਾਂ ਨੇ ਫਿਰ ਮਹਾਰਾਜ ਦੇ ਉੱਪਰ ਹਮਲਾ ਕੀਤਾ। ਸੱਚੇ ਪਾਤਸ਼ਾਹ ਇਹਨਾਂ ਦੇ ਨਾਲ ਕੁਝ ਝੜਪ ਕਰਦੇ ਨੇ ਤੇ ਫਿਰ ਸਿੰਘ ਅੱਗੇ ਨੂੰ ਚਾਲੇ ਪਾਉਂਦੇ ਨੇ। ਚਲਦਿਆਂ ਚਲਦਿਆਂ ਸਤਿਗੁਰੂ ਪਾਤਸ਼ਾਹ ਜੀ ਚਮਕੌਰ ਸਾਹਿਬ, ਜਿੱਥੇ ਗੁਰਦੁਆਰਾ ਸਾਹਿਬ, ਇੱਥੇ ਗੜੀ ਇੱਕ ਛੋਟਾ ਜਿਹਾ ਕਸਬਾ ਚਮਕੌਰ, ਜਿਸ ਦੇ ਅੰਦਰ ਇੱਕ ਗੜੀ ਸੀ ਪੁਰਾਣੀ, ਕੱਚੀ ਬਣੀ ਹੋਈ ਮਿੱਟੀ ਦੀ। ਬੁੱਧੀ ਚੰਦ ਰਾਵਤ ਜਿਸ ਮਨੁੱਖ ਦਾ ਨਾਂ ਸੀ, ਉਹਦੀ ਇਸ ਗੜੀ ਦੇ ਵਿੱਚ ਮਹਾਰਾਜ ਆਉਂਦੇ ਨੇ। ਹੁਣ ਰਾਤ ਪੈ ਚੁੱਕੀ ਹੈ। ਇਧਰ ਸਤਿਗੁਰੂ ਪਾਤਸ਼ਾਹ ਜੀ ਦਾ ਪਿੱਛਾ ਕਰਦਿਆਂ ਕਰਦਿਆਂ ਜਿੰਨੀਆਂ ਵੀ ਫੌਜਾਂ ਸਨ, ਉਹ ਮਹਾਰਾਜ ਦੀ ਸੂਹ ਲੈਂਦਿਆਂ ਲੈਂਦਿਆਂ ਚਮਕੌਰ ਦੀ ਗੜੀ ਦੇ ਆਲੇ ਦੁਆਲੇ ਸਾਰੀਆਂ ਇਕੱਠੀਆਂ ਹੋ ਗਈਆਂ ਤੇ ਉਹਨਾਂ ਫੌਜਾਂ ਦੀ ਗਿਣਤੀ ਜਿਹੜੀ ਹੈ 10 ਲੱਖ ਦੇ ਕਰੀਬ ਸੱਚੇ ਪਾਤਸ਼ਾਹ ਨੇ ਜਫਰਨਾਮੇ ਵਿੱਚ ਵੀ ਜ਼ਿਕਰ ਕੀਤਾ ਹੈ। ਮਹਾਰਾਜ ਕਹਿੰਦੇ ਗੁਰਸਨਾ ਚੇ ਕਾਰੇ ਚਹਿਲ ਨਰ। ਸੱਚੇ ਪਾਤਸ਼ਾਹ ਕਹਿੰਦੇ ਇੱਕ ਪਾਸੇ 40 ਸਿੰਘ ਹਨ ਤੇ ਉਹ ਵੀ ਕਈ ਦਿਨਾਂ ਦੇ ਭੁੱਖੇ ਹਨ ਕਿ 10 ਲੱਖ ਬਰਾਇਦ ਬਰੋ ਬੇਖਬਰ। ਕਹਿੰਦੇ ਦੂਜੇ ਪਾਸੇ 10 ਲੱਖ ਫੌਜ ਚੜ ਕੇ ਆ ਗਈ, ਬੇਖਬਰ ਹੀ, ਬਿਨਾਂ ਖਬਰ ਕੀਤਿਆਂ 10 ਲੱਖ ਦੀ ਫੌਜ ਨੇ ਆ ਕੇ ਘੇਰਾ ਪਾ ਲਿਆ ਹੈ। ਸੱਚੇ ਪਾਤਸ਼ਾਹ ਕਹਿੰਦੇ ਮੈਂ ਨਹੀਂ ਸੀ ਚਾਹੁੰਦਾ ਜੰਗ ਕੀਤਾ ਜਾਏ, ਪਰ ਹੁਣ ਜੰਗ ਲੜਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਗਿਆ। ਇਸ ਕਰਕੇ ਸਾਡੇ ਸਿੰਘ ਇਹਨਾਂ 10 ਲੱਖ ਫੌਜਾਂ ਦਾ ਡਟ ਕੇ ਮੁਕਾਬਲਾ ਕਰਨਗੇ। ਤੇ ਸਾਧ ਸੰਗਤ ਇਹ ਵੀ ਗੱਲ ਪੱਕੀ ਹੈ, ਇੱਕ ਪਾਸੇ 40 ਸਿੰਘਾਂ ਨੇ, ਇੱਕ ਪਾਸੇ 10 ਲੱਖ ਫੌਜ ਹੈ। ਤੇ ਜੇਕਰ ਅੰਦਾਜ਼ਾ ਲਾ ਕੇ ਵੇਖੋ, ਕੋਈ ਆਮ ਵਿਅਕਤੀ ਹੁੰਦਾ ਤੇ ਏਡੀ ਵੱਡੀ ਫੌਜ ਵੇਖ ਕੇ ਉਹਨੇ ਸਰੈਂਡਰ ਕਰ ਦੇਣਾ ਸੀ, ਹਥਿਆਰ ਸੁੱਟ ਦੇਣੇ ਸਨ ਕਿ ਇੰਨੀਆਂ ਵੱਡੀਆਂ ਫੌਜਾਂ ਦੇ ਅੱਗੇ ਮੁਕਾਬਲਾ ਕਰਨਾ ਬੜੀ ਔਖੀ ਗੱਲ ਹੈ।
ਪਰ ਇਹ ਸਾਹਿਬ ਕਮਾਲ ਸਰਬੰਸ ਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਹੌਸਲੇ ਏਡੇ ਬੁਲੰਦ ਸਨ, ਜਿਨ੍ਹਾਂ ਨੇ ਸਿੰਘਾਂ ਨੂੰ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਪ੍ਰੇਰਨਾ ਦਿੱਤੀ, ਕਹਿਣ ਲੱਗੇ, ਸਿੰਘੋ 10 ਲੱਖ ਦੀਆਂ ਫੌਜਾਂ ਨੇ ਪਰ ਪਰਵਾਹ ਨਾ ਕਰੋ, ਮੇਰਾ ਕੱਲਾ ਕੱਲਾ ਸਿੰਘ 1.25 ਲੱਖ ਦਾ ਮੁਕਾਬਲਾ ਕਰੇਗਾ। ਸਤਿਗੁਰ ਨੇ ਖਿਤਾਬ ਇੰਨਾ ਵੱਡਾ ਬਖਸ਼ ਦਿੱਤਾ ਸੀਗਾ ਤਾਂ ਉਹ ਚਿੜੀਆਂ ਤੋਂ ਬਾਜ਼ ਬਣੀ ਹੀ ਗਏ ਸਨ। ਤੇ ਜਿੱਥੇ ਆਪ ਜੀ ਨੇ ਪਹਿਲੇ ਇੱਕ ਗੱਲ ਹੋਰ ਕੀਤੀ ਸੀਗੀ ਕਿ ਸਰਸਾ ਨਦੀ ਫੁੱਫਾ ਮਾਰ ਰਹੀ ਹੈ, ਮੀਂਹ ਪੈ ਰਿਹਾ ਘਮਾਸਾਨ ਦਾ, ਉੱਪਰੋਂ ਦੀ ਠੰਡ ਵਰਤ ਰਹੀ ਹੈ, ਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਨਿਤਨੇਮ ਦਾ ਸਮਾਂ ਹੋ ਗਿਆ, ਆਸਾ ਦੀ ਆਵਾਜ਼ ਲਗਾ ਲਓ। ਜਿੱਥੇ ਕਲਗੀਧਰ ਪਾਤਸ਼ਾਹ ਨਿਤਨੇਮ ਦੀ ਜਿਹੜੀ ਦਾਤ ਹੈ, ਬਖਸ਼ਿਸ਼ ਹੈ ਜਪਜੀ ਸਾਹਿਬ ਦੇ ਪਾਠ ਦੀ, ਉਹ ਜਿੱਥੇ ਹੋਵੇਗੀ ਤਾਂ ਉੱਥੇ ਤਾਂ ਫਿਰ ਕੱਲਾ ਕੱਲਾ ਸਿੰਘ ਲੱਖਾਂ ਨਾਲ ਵੀ ਲੜ ਸਕਦਾ। ਅੱਜ ਜੇ ਆਪਾਂ ਜੇ ਝਾਤ ਮਾਰੇ, ਅਸੀਂ ਇੱਕ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ, ਫਿਰ ਅਸੀਂ ਕਹਿੰਦੇ ਕਿ ਸਾਡੀ ਹਾਰ ਹੋ ਜਾਂਦੀ, ਅਸੀਂ ਜਿੱਤ ਨਹੀਂ ਸਕਦੇ ਹਾਂ। ਸੋ ਅੱਜ ਵੀ ਜੇ ਗੁਰਸਿੱਖ ਆਪਣੇ ਮਨਾਂ ਵਿੱਚ ਜਪਜੀ ਸਾਹਿਬ ਨੂੰ ਧਾਰਨ ਕਰ ਸਕਦੇ ਨੇ, ਕਰ ਲੈਣ, ਉਹ ਕਦੇ ਹਾਰ ਨਹੀਂ ਸਕਦੇ ਨੇ। ਇਹ ਜਿਹੜੇ ਹਾਦਸੇ ਹੁੰਦੇ ਨੇ ਕਦੇ ਹੋ ਨਹੀਂ ਸਕਣਗੇ। ਸੋ ਆਪ ਜੀ ਅੱਗੇ ਚਲੋ, ਕਿਉਂਕਿ ਸਤਿਗੁਰੂ ਜੀ ਨੇ ਇੱਕ ਕਰਕੇ ਦਿਖਾਇਆ ਆਪਣੇ ਜੀਵਨ ਦੇ ਵਿੱਚ, ਇੱਕ ਪ੍ਰੈਕਟੀਕਲ, ਕਿ ਭਾਵੇਂ ਕੁਝ ਵੀ ਹੋ ਜਾਏ ਗੁਰਸਿੱਖਾਂ ਤੇਰਾ ਨਿਤਨੇਮ ਨਹੀਂ ਛੁੱਟਣਾ ਚਾਹੀਦਾ। ਬਿਲਕੁਲ ਜੀ, ਸੱਚੇ ਪਾਤਸ਼ਾਹ ਨੇ ਸਰਸਾ ਦੇ ਕੰਢੇ ਨਦੀ ਦੇ ਜਦੋਂ ਪਿੱਛੇ ਦੁਸ਼ਮਣ ਚੜ ਕੇ ਆ ਰਿਹਾ ਜੀ ਜੀ, ਉਹਨਾਂ ਹਾਲਾਤਾਂ ਵਿੱਚ ਵੀ ਨਿਤਨੇਮ ਦਾ ਜਿਹੜਾ ਸਮਾਂ ਹੈ ਉਹ ਨਹੀਂ ਖੁੰਝਣ ਦਿੱਤਾ, ਉਹ ਖੁੰਝਣ ਨਹੀਂ ਦਿੱਤਾ। ਸੋ ਜਿਸ ਵੇਲੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਸਿੰਘ ਆਏ ਨੇ ਤਾਂ ਉਸ ਵੇਲੇ ਬੜੇ ਪਿਆਰੇ ਇੱਕ ਕਵੀ ਦੇ ਬਚਨ ਨੇ, ਕਹਿੰਦੇ ਸੱਚੇ ਪਾਤਸ਼ਾਹ ਦੇ ਸਿੰਘ ਬੜੇ ਚੜ੍ਹਦੀ ਕਲਾ ਦੇ ਵਿੱਚ ਹਨ। ਤੇ ਉਹਨਾਂ ਨੇ ਆਖਿਆ ਸੀ, ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਚੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਮਹਾਰਾਜ ਤੁਹਾਡੀ ਕਿਰਪਾ ਦੇ ਸਦਕਾ ਅਸੀਂ 10 ਲੱਖ ਫੌਜਾਂ ਦਾ ਟਾਕਰਾ ਕਰਾਂਗੇ। ਤੇ ਸਾਧ ਸੰਗਤ ਜਿਸ ਵੇਲੇ ਹੁਣ ਰਾਤ ਪੈ ਗਈ ਹੈ, ਜਦੋਂ ਮਹਾਰਾਜ ਗੜੀ ਦੇ ਵਿੱਚ ਆਏ ਨੇ, ਇਸ ਨਗਰ ਦੇ ਵਸਨੀਕਾਂ ਨੇ ਸੱਚੇ ਪਾਤਸ਼ਾਹ ਦੀ ਲੰਗਰ ਪਾਣੀ ਨਾਲ ਸੇਵਾ ਕੀਤੀ ਤੇ ਮਹਾਰਾਜ ਗੜੀ ਦੇ ਵਿੱਚ ਜਾਇਜ਼ਾ ਲੈ ਰਹੇ ਨੇ, ਗੜੀ ਨੂੰ ਦੇਖ ਰਹੇ ਨੇ। ਇੱਕ ਨੁੱਕਰ ਦੇ ਵਿੱਚ ਜਾ ਕੇ ਖੰਜਰ ਦੇ ਨਾਲ ਗੜੀ ਦੀ ਦੀਵਾਰ ਦੇ ਵਿੱਚ ਕੁਝ ਮਿੱਟੀ ਪੁੱਟ ਕੇ ਸੱਚੇ ਪਾਤਸ਼ਾਹ ਨੇ ਹੱਥ ਵਿੱਚ ਮਲ ਕੇ ਤੇ ਉਡਾ ਦਿੱਤੀ ਹੈ। ਤੇ ਭਾਈ ਦਇਆ ਸਿੰਘ ਨੇ ਸਵਾਲ ਕੀਤਾ ਸੀ, ਮਹਾਰਾਜ ਇਹ ਕੀ ਕੌਤਕ ਹੈ? सच्चे पातशाह कहने लगे, जिस खिते में हम आना चाहते थे ये वही है। कहते असी जिस थां ते आना चाहते सा वही थां है, कल लुट के जिस थां से जाना है ये वही है, जिस थां पे बच्चों को कटाना ये वही है, मिट्टी कह देती है ये ठिकाना वही है। कहते इस मिट्टी ने सानू दस दिता है ये वही ठिकाना है, वही थां है जिथे मेरा कला कला सिंह 1.25 लाख का मुकाबला करेगा, जिथे मेरे वड्डे साहिबजादियां ने शहादत दे जाम पीने ने। ते साध संगत रात जिहड़ी है बतीत हुई है, अमृत वेला होया, महाराज ने फिर सिंघां नूं त्यार बर त्यार कीता। सारे सिंघां ने गुरबाणी दे जाप करके अरदासे सोध के जकारे छड्डे ने। इधर गड़ी दे दुआले 10 लाख दी फौज ने घेरा पाया होया। ते साध संगत इन्हां विचों गणी खां अते नार खां ਜਿਹੜੇ 2 ਜਰਨੈਲ ਨੇ, ਉਹਨਾਂ ਨੇ ਕੋਸ਼ਿਸ਼ ਕੀਤੀ ਅੱਗੇ ਵੱਧ ਕੇ ਅਸੀਂ ਗੜੀ ਦੇ ਵਿੱਚ ਪੌੜੀਆਂ ਲਾ ਕੇ ਵੇਖੀਏ ਕਿ ਅੰਦਰ ਕਿੰਨੀ ਕੁ ਫੌਜ ਹੈ। ਜਦੋਂ ਗਣੀ ਖਾਂ ਪੌੜੀ ਲਾ ਕੇ ਗੜੀ ਦੇ ਵਿੱਚ ਅੰਦਰ ਆਉਣ ਲੱਗਾ ਤੇ ਸੱਚੇ ਪਾਤਸ਼ਾਹ ਨੇ ਇੱਕ ਤੀਰ ਮਾਰਿਆ, ਤੀਰ ਦੇ ਨਾਲ ਗਣੀ ਖਾਂ ਦੀ ਮੌਤ ਹੋ ਗਈ ਹੈ। ਨਾਰ ਖਾਂ ਫਿਰ ਗੜੀ ਦੇ ਉੱਪਰ ਚੜਨ ਲੱਗਾ, ਸੱਚੇ ਪਾਤਸ਼ਾਹ ਦੇ ਹੱਥ ਵਿੱਚ ਗੁਰਜ ਸੀ, महाराज ने गुरज मारिया दे सिर विच, इहदी भी मौत हो गई। ते तीजा जरनैल ख्वाजा महदूद, जिसनूं सच्चे पातशाह जफरनामे विच मरदूद लिखदे ने, कहंदे मैं उहनूं मर्द नहीं समझदा, डर के भज गया। ਉਹ गड़ी दे विच जदों आउण लगा, थोड़ा जिहा सिर दीवार दे उपर कढ के जदों वेखण लगा अंदर, ते महाराज ने ਉਹਦੇ ਵੱਲ भी तीर छड्डना चाहिया, ਉਹਨੇ भज के सिर थल्ले कर लिया, पौड़ी तो उतर गया, काली काली थले डिग गया, लत टुट गई। ते सच्चे पातशाह कहंदे मैनूं इस गल दा अफसोस रहेगा भी ख्वाजा मरदूद ओ मेरे सामने नहीं आया,
ਨਹੀਂ ਤੇ ਇੱਕ ਤੀਰ ਦਾ ਪ੍ਰਸ਼ਾਦ ਮੈਂ ਉਹਨੂੰ ਵੀ ਦੇ ਦੇਣਾ ਸੀ। ਸੋ ਇਸ ਪ੍ਰਕਾਰ ਜਦੋਂ ਮੁਗਲ ਫੌਜਾਂ ਦੇ ਹੌਸਲੇ ਪਸਤ ਹੋ ਗਏ ਇਹ ਵੇਖ ਕੇ ਕਿ ਗੜੀ ਦੇ ਵਿੱਚ ਕਿਵੇਂ ਵੜੀਏ, ਜੀ ਸੱਚੇ ਪਾਤਸ਼ਾਹ ਦੇ ਸਾਹਮਣੇ ਹਿੰਮਤ ਨਹੀਂ ਪੈ ਰਹੀ ਕਿਸੇ ਦੀ ਜਾਣ ਦੀ, ਤਾਂ ਉਸ ਵੇਲੇ ਸਾਧ ਸੰਗਤ ਗੜੀ ਦੇ ਅੰਦਰ ਜਿਹੜੇ ਸਿੰਘਾਂ ਦੇ ਹੌਸਲੇ ਬੜੇ ਬੁਲੰਦ ਨੇ ਜੀ ਤੇ ਮਹਾਰਾਜ ਨੂੰ ਕਹਿਣ ਲੱਗੇ, ਸਿੰਘ ਸੱਚੇ ਪਾਤਸ਼ਾਹ ਸਾਨੂੰ ਆਗਿਆ ਦੇਵੋ, ਅਸੀਂ ਜਾ ਕੇ ਦੁਸ਼ਮਣਾਂ ਦੇ ਨਾਲ ਦੋ ਦੋ ਹੱਥ ਕਰੀਏ ਜਾ ਕੇ। ਤੇ ਸਤਿਗੁਰੂ ਨੇ ਆਪ ਸਿੰਘਾਂ ਨੂੰ ਫਿਰ ਗੜੀ ਦੇ ਵਿੱਚੋਂ ਬਾਹਰ ਪੰਜ ਪੰਜ ਦੇ ਜਥੇ ਬਣਾ ਕੇ ਦੁਸ਼ਮਣਾਂ ਦੇ ਨਾਲ ਲੜਨ ਵਾਸਤੇ ਭੇਜਿਆ। ਦੋ ਜਥੇ ਪਹਿਲਾਂ ਜਾ ਚੁੱਕੇ ਸਨ। ਜਦੋਂ ਤੀਸਰਾ ਜਥਾ ਜਾਣ ਲੱਗਾ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਆ ਕੇ ਮਹਾਰਾਜ ਨੂੰ ਬੇਨਤੀ ਕਰਦੇ, ਸੱਚੇ ਪਾਤਸ਼ਾਹ ਮੈਨੂੰ ਵੀ ਭੇਜੋ, ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾ ਕੇ ਜੂਝ ਕੇ ਸ਼ਹੀਦ ਹੋਣਾ ਚਾਹੁੰਦਾ ਹਾਂ। ਤੇ ਸਾਧ ਸੰਗਤ ਤੇ ਗੱਲ ਕੋਈ ਛੋਟੀ ਨਹੀਂ ਹੈ। ਸਾਹਮਣੇ 10 ਲੱਖ ਦੀਆਂ ਫੌਜਾਂ ਤੇ ਇਹ ਪਤਾ ਹੈ ਕਿ ਦੋ ਜਥੇ ਪਹਿਲਾਂ ਗਏ ਨੇ, ਸਿੰਘ ਸ਼ਹੀਦ ਹੋ ਗਏ ਨੇ, ਕੋਈ ਵਾਪਸ ਨਹੀਂ ਪਰਤਿਆ। ਇਹਨਾਂ ਹਾਲਾਤਾਂ ਦੇ ਵਿੱਚ ਇੱਕ ਪਿਤਾ ਵੱਲੋਂ ਆਪਣੇ ਪੁੱਤਰਾਂ ਨੂੰ ਜੰਗ ਮੈਦਾਨ ਵਿੱਚ ਭੇਜਣਾ, ਇਹ ਕੇਵਲ ਕਲਗੀਧਰ ਪਾਤਸ਼ਾਹ ਦੇ ਹਿੱਸੇ ਆਇਆ ਹੈ। ਨਹੀਂ ਤੇ ਤੁਸੀਂ ਇਤਿਹਾਸ ਪੜ੍ਹ ਕੇ ਵੇਖਿਆ ਹੋਵੇਗਾ, ਸ਼੍ਰੀ ਰਾਮਚੰਦਰ ਨੂੰ 14 ਸਾਲ ਦਾ ਬਨਵਾਸ ਮਿਲਿਆ ਸੀ ਤੇ ਪਿਤਾ ਦਸ਼ਰਥ ਉੱਚੇ ਮਹਿਲ ਤੇ ਚੜ ਕੇ ਵੇਖਦਾ ਹੈ ਕਿ ਮੇਰਾ ਪੁੱਤਰ ਰਾਮ ਕਿੰਨੀ ਦੂਰ ਚਲਿਆ ਗਿਆ ਹੈ। ਜਦੋਂ ਅੱਖਾਂ ਤੋਂ ਓਹਲੇ ਹੋ ਗਿਆ ਤੇ ਮਹਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਪਰ ਇੱਕ ਪਾਸੇ ਕਲਗੀਧਰ ਪਾਤਸ਼ਾਹ ਆਪ ਆਪਣੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਵਿੱਚ ਭੇਜਦੇ ਨੇ। ਮਹਾਰਾਜ ਬੜੇ ਖੁਸ਼ ਹੋਏ, ਕਹਿਣ ਲੱਗੇ ਮੈਨੂੰ ਬੜੀ ਖੁਸ਼ੀ ਹੈ ਪੁੱਤਰ, ਤੂੰ ਆਪ ਆਇਆ ਹੈ, ਆਪ ਆਗਿਆ ਮੰਗੀ ਹੈ। ਆਉਣ ਵਾਲੇ ਸਮੇਂ ਵਿੱਚ ਕਿਤੇ ਵੀ ਲੋੜ ਪਵੇਗੀ, ਸਿੱਖ ਕੌਮ ਦੇ ਵਿੱਚ ਨੌਜਵਾਨ ਆਪ ਅੱਗੇ ਆ ਕੇ ਕੁਰਬਾਨੀਆਂ ਦੇਣ ਵਾਸਤੇ ਤਿਆਰ ਹੋਣਗੇ। ਹੋ ਜਾਣਗੇ। ਤੇ ਸਤਿਗੁਰੂ ਪਾਤਸ਼ਾਹ ਨੇ ਆਪਣੇ ਹੱਥੀਂ ਤੋਰਿਆ ਜੰਗ ਦੇ ਮੈਦਾਨ ਦੇ ਵਿੱਚ। ਤੇ ਸੱਚੇ ਪਾਤਸ਼ਾਹ ਆਪਣੀ ਅੱਖਾਂ ਦੇ ਨਾਲ ਵੇਖਦੇ ਨੇ ਬਾਬਾ ਅਜੀਤ ਸਿੰਘ ਨੂੰ ਲੜਦਿਆਂ ਹੋਇਆ, ਬੜੀ ਬਹਾਦਰੀ ਨਾਲ ਲੜ ਰਹੇ ਨੇ। ਤੇ ਮਹਾਰਾਜ ਵੇਖਦੇ ਨੇ ਸ਼ਹੀਦ ਹੁੰਦੇ ਨੂੰ। ਸੱਚੇ ਪਾਤਸ਼ਾਹ ਜਕਾਰੇ ਛੱਡਦੇ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਹੀਦੀ ਤੇ ਕਹਿੰਦੇ ਨੇ, खूब दलेरी से लड़े हो, शाबाश पिसर, खूब दलेरी से लड़े हो, हाँ क्यों ना हो, गोबिंद के फरजंद बड़े हो। कहते पुत्र तू बड़ी दलेरी ना लड़िया है ते होवे भी क्यों ना, क्योंकि तू गुरु गोबिंद सिंह दा वड्डा पुत्र है। वाकई तू दलेरी ना लड़ के एक मिसाल पैदा कीती है। ते सच्चे पातशाह जी इतिहासकार ਇਹ ਵੀ ਕਹਿੰਦੇ ਨੇ ਕਿ ਜਿਸ ਟਾਈਮ ਸਾਹਿਬਜ਼ਾਦਾ ਅਜੀਤ ਸਿੰਘ ਜੀ ਲੜ ਰਹੇ ਸਨ ਤੇ ਜਮਕੌਰ ਦੇ ਵਿੱਚ ਸ਼ਹੀਦੀ ਪਾ ਰਹੇ ਸਨ, ਉਸ ਸਮੇਂ ਉਹਨਾਂ ਦੀ ਉਮਰ ਕੇਵਲ 18 ਸਾਲ ਦੀ ਸੀ। 18 ਸਾਲ ਤੋਂ ਵੀ ਘੱਟ ਉਹਨਾਂ ਦੀ ਉਮਰ ਸੀ ਜਿਸ ਟਾਈਮ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਜਮਕੌਰ ਦੇ ਮੈਦਾਨ ਦੇ ਵਿੱਚ ਤੀਰ ਖਾ ਕੇ ਸੀਨੇ ਦੇ ਵਿੱਚ ਤੇ ਤੀਰ ਮਾਰ ਕੇ ਆਪਣੀ ਸ਼ਹਾਦਤ ਦਾ ਜਾਮ ਪੀਤਾ। तो अकबर दे वैगुरु औरंगजेब दे दरबार दे विच दरबारे मौला एक अखबार सी, उस दे विच जिक्र मिलदा है कि 350 तो वध फट जिहड़े ने वो बाबा अजीत सिंह नूं लगे सन। इन्ने फट सहार के सैकड़े दुश्मनां नूं मौत दे घाट उतारदियां बाबा अजीत सिंह शहादत दे जाम पींदे ने। तो बाबा अजीत सिंह दी शहादत तो बाद साहिबजादा बाबा जुझार सिंह भी आए। ਉਹਨਾਂ ਵੀ ਗਲ ਵਿੱਚ ਪੱਲਾ ਪਾ ਕੇ ਆਖਿਆ, ਭਰਾ ਤੋਂ ਵਿਛੜ ਕੇ ਮੈਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ, ਪਿਤਾ ਜੀ ਮੈਨੂੰ ਵੀ ਆਗਿਆ ਦੇਵੋ, ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾ ਕੇ ਵੱਡੇ ਭਰਾ ਦੀ ਤਰ੍ਹਾਂ ਜੂਝ ਕੇ ਸ਼ਹੀਦ ਹੋਣਾ ਚਾਹੁੰਦਾ ਹਾਂ। ਉਸ ਵੇਲੇ ਨਾਲ ਦੇ ਸਿੰਘਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੰਗ ਮੈਦਾਨ ਵਿੱਚ ਸ਼ਹੀਦ ਹੋ ਗਏ ਨੇ, ਛੋਟੇ ਸਾਹਿਬਜ਼ਾਦਿਆਂ ਬਾਰੇ ਸਾਨੂੰ ਪਤਾ ਨਹੀਂ ਹੈ ਕਿੱਥੇ ਨੇ। महाराज आप जी दे कोल इक्को ही साहिबजादा बचे है, कृपा करो इन्हों तुसीं जंग दे मैदान विच ना भेजो। ते महाराज ने आख्या सी, मैं अपने सिखां ते पुत्रां विच कदे फर्क नहीं रखिया। जे मेरे सिख जंग मैदान विच जाके शहीद हो रहे ने, मेरे पुत्र भी जंग दे मैदान में जाणगे, मैं कदे फर्क नहीं कीता सिखां ते पुत्रां दे विच। सो साहिबजादा बाबा जुझार सिंह भी जंग मैदान में जाते ने। अज दे दिन
ਅੱਜ ਉਹ ਸਮਾਂ ਹੁਣ ਲਗਭਗ ਦੁਪਹਿਰ ਦੀ ਬਾਅਦ ਦੁਪਹਿਰ ਢਲ ਚੁੱਕੀ ਹੈ। ਇਸੇ ਸਮੇਂ ਦਰਮਿਆਨ ਹੀ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਜੰਗ ਮੈਦਾਨ ਵਿੱਚ ਜਾ ਕੇ ਸ਼ਹੀਦੀ ਦੇ ਜਾਮ ਪੀਂਦੇ ਨੇ ਤੇ ਪਿਤਾ ਨੂੰ ਕਹਿ ਕੇ ਤੁਰੇ ਸਨ। ਕਹਿੰਦੇ ਪਿਤਾ ਜੀ ਮੇਰੀ ਉਮਰ ਭਾਵੇਂ ਛੋਟੀ ਹੈ ਪਰ ਮੈਂ ਕਾਰਨਾਮੇ ਵੱਡੇ ਤੁਹਾਨੂੰ ਵਿਖਾਵਾਂਗਾ। ਮੈਂ ਦੁਸ਼ਮਣਾਂ ਦੇ ਨਾਲ ਜਾ ਕੇ ਡਟ ਕੇ ਮੁਕਾਬਲਾ ਕਰਾਂਗਾ ਕਿਉਂਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਪੋਤਰਾ ਹਾਂ। ਤੇ ਬਾਬਾ ਜੁਝਾਰ ਸਿੰਘ ਜੀ ਨੇ ਵੀ ਬਹੁਤ ਵੱਡੇ ਕਾਰਨਾਮੇ ਜੰਗ ਮੈਦਾਨ ਵਿੱਚ ਵਿਖਾਏ ਤੇ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਦਿਲ ਦੀ ਤਮੰਨਾ ਹੈ ਤੇਰੇ ਸੀਨੇ ਵਿੱਚ ਬਰਛੀਆਂ ਵੱਜਣ, ਤੇਰੇ ਸੀਨੇ ਤੇ ਫੱਟ ਲੱਗਣ, ਮੈਂ ਅੱਖਾਂ ਨਾਲ ਵੇਖਣਾ ਚਾਹੁੰਦਾ ਤੂੰ ਕਿੰਨੇ ਵਾਰ ਖਾ ਕੇ ਸ਼ਹੀਦ ਹੁੰਦਾ ਹੈ। ਸੋ ਇਹ ਜਿਹੜੀਆਂ ਸਾਰੀਆਂ ਬਾਤਾਂ ਨੇ ਕਲਗੀਧਰ ਪਾਤਸ਼ਾਹ ਦੇ ਹਿੱਸੇ ਆਈਆਂ ਨੇ। ਸੋ ਮਹਾਰਾਜ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਸ਼ਹੀਦੀ ਤੇ ਵੀ ਜਕਾਰੇ ਛੱਡੇ ਤੇ ਬੜੀਆਂ ਪਿਆਰੀਆਂ ਸਤਰਾਂ ਲਿਖੀਆਂ ਨੇ ਚਰਨ ਸਿੰਘ ਸਫਰੀ ਨੇ। ਉਹ ਕਹਿੰਦੇ ਨੇ ਅਜੇ ਤੱਕ ਮੈਂ ਨਹੀਂ ਵੇਖਿਆ ਕੋਈ ਇਹੋ ਜਿਹਾ ਪਿਤਾ ਜਿਹੜਾ ਆਪਣੇ ਪੁੱਤਰਾਂ ਦੀ ਮੌਤ ਤੇ ਜਕਾਰੇ ਛੱਡ ਰਿਹਾ ਹੈ, ਆਪਣੇ ਪੁੱਤਰਾਂ ਦੀ ਮੌਤ ਤੇ ਜਕਾਰੇ ਛੱਡ ਰਿਹਾ ਹੈ। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਹੋਰ ਕੋਈ ਨਹੀਂ ਹੈ, ਹੋਰ ਕਿਸੇ ਦੇ ਹਿੱਸੇ ਨਹੀਂ ਆਇਆ ਸਾਰਾ ਕੁਝ। ਪਿਤਾ ਕੋਈ ਵੀ ਪੁੱਤਾਂ ਦੀ ਲੋਥ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ। ਤੇ ਸੱਚੇ ਪਾਤਸ਼ਾਹ ਦੀਆਂ ਇਹਨਾਂ ਕੁਰਬਾਨੀਆਂ ਕਰਕੇ ਯੋਗੀ ਅੱਲਾ ਯਾਰ ਖਾਂ ਲਿਖਦੇ ਨੇ इंसाफ करे जी मैं जमाना तो कह दो कि गुरु गोविंद सिंह का कुसानी ही नहीं है। इंसाफ करे जी मैं जमाना तो कह दो कि गुरु गोविंद सिंह का कुसानी ही नहीं है। करतार की सुगंध है, नानक की कसम है, जितनी भी तारीफ करो गोविंद सिंह की उतनी वो कम है। ਸੋ ਕਲਗੀਧਰ ਪਾਤਸ਼ਾਹ ਦਾ ਜਿਗਰਾ ਬਹੁਤ ਵਿਸ਼ਾਲ ਸੀ। ਪੁੱਤਰਾਂ ਨੂੰ ਸ਼ਹੀਦ ਹੁੰਦੇ ਚਮਕੌਰ ਦੀ ਗੜੀ 'ਚ ਖੜ ਕੇ ਜੈਕਾਰੇ ਬੁਲਾਉਂਦੇ ਨਗਾਰੇ ਦੀ ਚੋਟ ਤੇ। ਐਸਾ ਕੌਣ ਅੱਜ ਕਰ ਸਕਦਾ ਹੈ? ਨਾ ਉਸ ਸਮੇਂ ਕੋਈ ਕਰ ਸਕਿਆ, ਨਾ ਅੱਜ ਕਰ ਸਕਿਆ ਤੇ ਨਾ ਹੀ ਆਉਣ ਵਾਲੇ ਸਮੇਂ 'ਚ ਐਸਾ ਕੋਈ ਕਰ ਸਕੇਗਾ। ਉਹ ਕਿਹੋ ਜਿਹੇ ਹਾਲਾਤ ਸਨ, ਉਹ ਕਿਹੋ ਜਿਹੀ ਗੜੀ ਸੀ ਕਿ ਜਿਹੜੀ ਉਸ ਗੜੀ ਨੇ ਵੀ ਪੁੱਤਰਾਂ ਨੂੰ ਹਾਕ ਮਾਰ ਕੇ ਆਪਣੇ ਕੋਲ ਸੱਦਿਆ ਕਿ ਤੂੰ ਇੱਥੇ ਆ ਜਾ, ਮੇਰੇ ਕੋਲ ਪਨਾਹ ਲੈ ਲੈ। ਅੱਜ ਦੀ ਰਾਤ ਨੂੰ ਉਹ ਗੜੀ ਵੀ ਭਾਗਾਂ ਵਾਲੀ ਬਣ ਗਈ ਤੇ ਜਿਸ ਗੜੀ ਦੇ ਵਿੱਚ ਮੇਰੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਸ਼ਹੀਦੀ ਪਾ ਗਏ, ਉਹਨਾਂ ਦੇ ਨਾਲ ਕਈ ਸਿੰਘ ਸ਼ਹੀਦੀ ਪਾ ਗਏ। ਉਹ ਗੜੀ ਦੇ ਵੀ ਭਾਗ ਜਾਗ ਪਏ ਕਿ ਜਿੱਥੇ ਅੱਜ ਤੱਕ ਉਸਨੂੰ ਨਮਸਕਾਰ ਕੀਤਾ ਜਾਂਦਾ, ਉਸ ਦੇ ਉੱਤੇ ਸੀਸ ਨਿਵਾਏ ਜਾਂਦੇ ਨੇ ਤੇ ਲੋਕ ਉੱਥੇ ਜਾ ਕੇ ਆਪਣੀਆਂ। ਚਮਕੌਰ ਦੀ ਗੜੀ ਦੇ ਬਾਰੇ ਜੋਗੀ ਅੱਲਾ ਯਾਰ ਖਾਂ ਲਿਖਦੇ ਨੇ, ਕਹਿੰਦੇ ਬਸ हिंद में एक तीर्थ यात्रा के लिए कटाए जहां बाप ने बेटे खुदा के लिए। चमक है मेहर की चमकौर तेरे जरों में, चमक है मेहर की चमकौर तेरे जरों में, यहीं से बन के सितारे समा के लिए गए। कहते जेड़े आसमान दे सितारे ने इसे धरती तो गए ने। सो मेहर दी चमक जेड़ी है चमकौर साहिब दे विच अज भी है। सो उन्हां महान शहीदां ने ਆਪਣੀਆਂ ਕੁਰਬਾਨੀਆਂ ਦੇ ਕੇ ਇਤਿਹਾਸ ਨੂੰ ਸਿਰਜਿਆ ਤੇ ਸਭ ਤੋਂ ਮੁਸ਼ਕਲ ਸਮਾਂ ਜਿਸ ਵੇਲੇ ਸੱਚੇ ਪਾਤਸ਼ਾਹ ਨੂੰ ਸਿੰਘਾਂ ਨੇ ਗੜੀ ਵਿੱਚੋਂ ਜਾਣ ਦਾ ਹੁਕਮ ਕੀਤਾ, ਮਹਾਰਾਜ ਕਹਿੰਦੇ ਮੈਂ ਵੀ ਚਾਹੁੰਦਾ ਮੈਂ ਵੀ ਕੱਲ ਨੂੰ ਜੰਗ ਮੈਦਾਨ ਵਿੱਚ ਜਾ ਕੇ ਸ਼ਹੀਦ ਹੋਵਾਂ। ਤੇ ਭਾਈ ਦਇਆ ਸਿੰਘ ਕਹਿਣ ਲੱਗੇ ਮਹਾਰਾਜ ਆਪ ਕਿਰਪਾ ਕਰਕੇ ਗੜੀ ਛੱਡ ਕੇ ਚਲੇ ਜਾਓ, ਆਪ ਸਲਾਮਤ ਹੋਵੋਗੇ ਤੇ ਸਾਡੇ ਵਰਗੇ ਸੈਂਕੜੇ ਸਿੱਖ ਯੋਧੇ ਪੈਦਾ ਕਰ ਦਿਓਗੇ, ਪਰ ਅਸੀਂ ਸਾਰੇ ਇਕੱਠੇ ਹੋ ਕੇ ਤੁਹਾਡੇ ਵਰਗਾ ਸਤਿਗੁਰੂ ਨਹੀਂ ਪੈਦਾ ਕਰ ਸਕਦੇ। ਮਹਾਰਾਜ ਨੇ ਪੰਥ ਦਾ ਹੁਕਮ ਮੰਨ ਕੇ ਗੜੀ ਨੂੰ ਛੱਡਣ ਦਾ ਫੈਸਲਾ ਕੀਤਾ ਜੀ। ਤਾਂ ਉਸ ਵੇਲੇ ਚਰਨ ਸਿੰਘ ਸਫਰੀ ਨੇ ਬੜੀਆਂ ਸੋਹਣੀਆਂ ਸਤਰਾਂ ਲਿਖੀਆਂ ਨੇ। ਕਹਿੰਦੇ ਮਹਾਰਾਜ ਗੜੀ ਨੂੰ ਛੱਡ ਕੇ ਜਾ ਰਹੇ ਨੇ, ਬੱਦਲਾਂ ਚੋਂ ਬਿਜਲੀ ਚਮਕੇ ਸੀਗੀ ਮਾਰਦੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਈ ਤਾਰ ਦੀ, ਦਇਆ ਸਿੰਘ ਵੱਲੇ ਨਿਗਾਹ ਗਈ ਜਾਂ ਦਤਾਰ ਦੀ, ਉਹ ਪੱਟਾਂ ਉੱਥੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ। ਦਇਆ ਸਿੰਘ ਵੱਲੇ ਨਿਗਾਹ ਗਈ ਜਾਂ ਦਤਾਰ ਦੀ, ਉਹ ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ। ਮੌਤ ਦੇ ਨਸ਼ੇ 'ਚ ਉੱਥੇ ਜ਼ਿੰਦਗੀ ਸੀ ਝੂਮਦੀ,
ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਾਸੂਮ ਦੀ, ਉਹ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਾਜਾਂ ਵਾਲਿਆ, ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ। ਉਹ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਾਜਾਂ ਵਾਲਿਆ, ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ। ਦਾਤਾ ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ, ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ। ਵਾਹਿਗੁਰੂ। ਮਹਾਰਾਜ ਜੁਝਾਰ ਸਿੰਘ ਦੇ ਕੋਲੋਂ ਲੰਘ ਕੇ ਚੱਲੇ ਨੇ ਤੇ ਦਇਆ ਸਿੰਘ ਨੇ ਆਖਿਆ, ਮਹਾਰਾਜ ਤੂੰ ਕਲੇਜੇ ਨਾਲ ਕਿਉਂ ਨਹੀਂ ਲਾਇਆ? ਬੜੇ ਹੀ ਗਰੀਬ ਮਾਪੇ ਦੁਨੀਆ ਵਿੱਚ ਪਏ ਨੇ, ਪਰ ਕਫਨੋਂ ਬਗੈਰ ਦਾਤਾ ਕਿਹਦੇ ਪੁੱਤ ਗਏ ਨੇ। ਜੀ ਚਾਹੁੰਦਾ ਇੱਥੇ ਕੁਝ ਪਿਆਰ ਜਤਲਾ ਦਿਆਂ, ਨਿਭਾਈ ਦੀ ਜੋ ਆਖਰੀ ਰੀਤ ਮੈਂ ਨਿਭਾ ਦਿਆਂ। ਪੱਗ ਲਾ ਕੇ ਸਿਰ ਦੀ ਦੋ ਟੋਟਕੇ ਬਣਾ ਦਿਆਂ, ਦਾਤਾ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ। ਭਾਈ ਦਇਆ ਸਿੰਘ ਕਹਿੰਦੇ, ਮਹਾਰਾਜ ਮੈਂ ਆਪਣੇ ਸੀਸ ਦੀ ਦਸਤਾਰ ਲਾ ਕੇ ਇਹਦੇ ਦੋ ਟੋਟੇ ਬਣਾ ਕੇ ਇੱਕ ਟੋਟਾ ਜੁਝਾਰ ਸਿੰਘ ਦੇ ਸਰੀਰ ਤੇ ਪਾ ਦਿਆਂ, ਇੱਕ ਟੋਟਾ ਅਜੀਤ ਸਿੰਘ ਦੇ ਸਰੀਰ ਦੇ ਪਾ ਦਿਆਂ। ਤੇ ਸੱਚੇ ਪਾਤਸ਼ਾਹ ਨੇ ਉਸ ਵੇਲੇ ਭਾਈ ਦਇਆ ਸਿੰਘ ਨੂੰ ਆਖਿਆ ਸੀ, ਬੋਲੇ ਦਸ਼ਮੇਸ਼ ਪਿਤਾ ਮੁਖੋਂ ਲਲਕਾਰ ਕੇ, ਉਹ ਲੈਣਾ ਕੀ ਹੈ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ। ਬੋਲੇ ਦਸ਼ਮੇਸ਼ ਪਿਤਾ ਮੁਖੋਂ ਲਲਕਾਰ ਕੇ, ਲੈਣਾ ਕੀ ਹੈ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ। ਕਹਿੰਦੇ ਤੂੰ ਮੇਰੇ ਪੁੱਤਾਂ ਨੂੰ ਇੰਨਾ ਪਿਆਰ ਕਿਉਂ ਕਰਦਾ ਹੈ? ਕਹਿੰਦੇ ਵੇਖ ਸਿੰਘ ਕਿੰਨੇ ਹੋਏ ਸ਼ਹੀਦ ਜਾਨਾਂ ਵਾਰ ਕੇ। ਕਹਿੰਦੇ ਹੋਰ ਵੀ ਕਿੰਨੇ ਸ਼ਹੀਦ ਸਿੰਘ ਇਸ ਜੰਗ ਦੇ ਮੈਦਾਨ ਵਿੱਚ ਹੋਏ ਪਏ ਨੇ। ਕਹਿੰਦੇ ਜੇ ਤੇਰੇ ਕੋਲ ਇੰਨਾ ਕੱਪੜਾ ਹੈ ਕਿ ਸਾਰਿਆਂ ਦੇ ਤਨ ਤੂੰ ਢੱਕ ਸਕਦਾ ਹੈ ਤੇ ਢੱਕ ਦੇ, ਨਹੀਂ ਤੇ ਮੇਰੇ ਪੁੱਤਾਂ ਤੇ ਵੀ ਕਫਨ ਪਾਉਣ ਦੀ ਲੋੜ ਨਹੀਂ ਹੈ। ਸਾਧ ਸੰਗਤ ਤੇ ਗੱਲ ਕਹਿਣੀ ਬੜੀ ਸੌਖੀ ਹੈ, ਪਰ ਧੰਨ ਜਿਗਰਾ ਕਲਗੀਧਰ ਪਾਤਸ਼ਾਹ ਜੀ ਦਾ, ਜਿਨ੍ਹਾਂ ਸਾਰਾ ਕੁਝ ਆਪਣੇ ਅੱਖਾਂ ਦੇ ਸਾਹਮਣੇ ਹੁੰਦਾ ਵੇਖਿਆ। ਮਹਾਰਾਜ ਕਹਿੰਦੇ ਨੇ ਕਿ ਮੇਰੇ ਪੁੱਤਾਂ ਦੇ ਉੱਤਰ ਕਫਨ ਪਾਉਣ ਦੀ ਕੋਈ ਲੋੜ ਨਹੀਂ ਹੈ। ਪੰਥ ਦੇ ਸ਼ਹੀਦ ਨਹੀਂ ਕਫਨਾਂ ਨੂੰ ਲੋੜ ਦੇ, ਤੂੰ ਇਹਦਾ ਦਮਾਲਾ ਇਹਦੇ ਮੁੱਖ ਉੱਤੇ ਮੋੜ ਦੇ। ਕਹਿੰਦੇ ਜਿਹੜੇ ਕੌਮ ਦੇ ਪੰਥ ਦੇ ਸ਼ਹੀਦ ਹੁੰਦੇ ਨੇ ਨਾ, ਉਹ ਆਸ ਨਹੀਂ ਕਰਦੇ ਕਿ ਸਾਡੇ ਤੇ ਕੋਈ ਕਫਨ ਪਾਵੇਗਾ ਜਾਂ ਨਹੀਂ। ਉਹਨਾਂ ਨੂੰ ਇਹ ਲਾਲਸਾ ਨਹੀਂ ਹੁੰਦੀ। ਕਹਿੰਦੇ ਇਹਦਾ ਦਮਾਲਾ ਤੂੰ ਇਹਦੇ ਮੁੱਖ ਉੱਤੇ ਮੋੜ ਕੇ ਚੱਲ, ਆਪਾਂ ਅੱਗੇ ਚੱਲੀਏ। ਉਹ ਦਇਆ ਸਿੰਘਾ ਮੋਹ ਵਾਲੇ ਤਿਨਕੇ ਤਰੋੜ ਦੇ, ਕਿਉਂ ਦਈ ਜਾਣਾ ਐਵੇਂ ਮੋਹ ਦੀਆਂ ਥੰਮੀਆਂ। ਚੱਲ ਅੱਗੇ ਚੱਲੀਏ, ਸਿੱਖੀ ਦੀਆਂ ਵਾਟਾਂ ਜੇ ਬੜੀਆਂ ਨੇ ਲੰਮੀਆਂ। ਕਹਿੰਦੇ ਸਿੱਖੀ ਦੀ ਵਾਟ ਅਜੇ ਬੜੀ ਲੰਮੀ ਹੈ, ਚੱਲ ਅੱਗੇ ਚੱਲੀਏ। ਤੇ ਫਿਰ ਮਹਾਰਾਜ ਕਹਿੰਦੇ ਨੇ, ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਮਹਾਰਾਜ ਕਹਿੰਦੇ ਮੇਰਾ ਵੀ ਜੀ ਕਰਦਾ ਸੀ, ਮੈਂ ਵੀ ਜੰਗ ਮੈਦਾਨ ਵਿੱਚ ਜਾਂਦਾ, ਵੈਰੀਆਂ ਨਾਲ ਦੋ ਦੋ ਹੱਥ ਕਰਕੇ ਮੈਂ ਵੀ ਸ਼ਹਾਦਤ ਦੇ ਜਾਮ ਪੀਂਦਾ। ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਤਾਂ ਕਹਿਣ ਪਏ ਲੱਖ ਵਾਰੀ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਕਹਿੰਦਾ ਲੋਕੀ ਜਿੰਨਾ ਮਰਜ਼ੀ ਕਹੀ ਜਾਣ, ਪਰ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ। ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ, ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੁਰੂ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ, ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੁਰੂ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਪੁੱਤ ਹੋਰ ਸਮਝੇ। ਮਹਾਨ ਜਿਗਰਾ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਨੇ ਅੱਜ ਦੇ ਦਿਹਾੜੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਜੰਗ ਮੈਦਾਨ ਵਿੱਚ ਸ਼ਹੀਦ ਹੁੰਦਿਆਂ ਵੇਖਿਆ, ਆਪਣੇ ਹੱਥੀਂ ਤੋਰਿਆ। ਤੇ ਮਹਾਰਾਜ ਨੇ ਆਖਿਆ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਸੋ ਵਾਕਿਨ ਕਿ ਅੱਜ ਮੇਰੇ ਕਲਗੀਧਰ ਪਾਤਸ਼ਾਹ ਨੇ ਜਿਹੜੇ ਕਿ ਆਪਣੇ ਪੁੱਤਰ ਵਾਰ ਕੇ ਇੱਕ ਨਵੀਂ ਕੌਮ ਦਾ ਇਤਿਹਾਸ ਰਚ ਦਿੱਤਾ। ਉਹਨਾਂ ਨੇ ਪੁੱਤਰਾਂ ਦੇ ਵਿੱਚ ਤੇ ਸਿੰਘਾਂ ਦੇ ਵਿੱਚ ਕੋਈ ਫਰਕ ਨਹੀਂ ਜਾਣਿਆ, ਪਰ ਅੱਜ ਕਈ ਵਾਰ ਇੰਜ ਜਾਪਦਾ ਹੈ ਕਿ ਸਿੰਘ ਆਪਣਾ ਫਰਜ਼ ਭੁੱਲ ਗਏ ਨੇ, ਪਿਤਾ ਕਲਗੀਧਰ ਪਾਤਸ਼ਾਹ ਤਾਂ ਆਪਣਾ ਫਰਜ਼ ਨਿਭਾ ਰਹੇ ਨੇ। ਆਓ ਆਪਣੇ ਅੰਦਰ ਸਵੇ ਪੜਚੋਲ ਕਰੀਏ ਕਿ ਮੇਰੇ ਕਲਗੀਧਰ ਪਾਤਸ਼ਾਹ ਨੇ ਮੈਨੂੰ ਆਪਣੇ ਪੁੱਤਰਾਂ ਦਾ ਖਿਤਾਬ ਦਿੱਤਾ ਸੀਗਾ, ਉਹ ਅੱਜ ਵੀ ਬੈਠਾ ਹੋਣਾ ਹੈ ਹਰ ਇੱਕ ਪਾਸੇ। ਤੇ ਅੱਜ ਦੇ ਦਿਨਾਂ ਦੇ ਵਿੱਚ ਉਡੀਕ ਕਰਦਾ ਹੈ ਕਿ ਮੇਰਾ ਅਜੀਤ ਸਿੰਘ ਆਵੇਗਾ, ਮੇਰਾ ਜੁਝਾਰ ਸਿੰਘ ਆਵੇਗਾ। ਕਿ ਮੈਂ ਉਹ ਕੇਸ ਰੱਖੇ ਨੇ, ਕਿਵੇਂ ਉਹ ਰੋਮਾਂ ਦੀ ਬੇਦਬੀ
ਤੋਂ ਪਰੇ ਹਟ ਚੁੱਕਾ ਵਾਂ। ਅੱਜ ਪੋਹ ਦੀਆਂ ਰਾਤਾਂ ਵਿੱਚ ਜਦੋਂ ਯਾਦ ਕਰਦੇ ਹਾਂ ਕਲਗੀਧਰ ਪਾਤਸ਼ਾਹ ਦੇ ਬੱਚਿਆਂ ਨੂੰ, ਤਾਂ ਉੱਥੇ ਇਹ ਵੀ ਝਾਤ ਮਾਰ ਲਈਏ ਕਿ ਮੇਰੇ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ ਤੇ 4 ਕੁਰਾਤਾਂ ਤੇ 5 ਰਹਿਤਾਂ ਦਾ ਧਾਰਨੀ ਹੋਣਾ ਦੱਸਿਆ ਸੀ। ਜੇ ਅੰਮ੍ਰਿਤ ਨਹੀਂ ਵੀ ਛਕਿਆ ਮੈਂ ਤਾਂ ਕੀ ਹੋਇਆ ਹੈਗਾ, ਤਾਂ ਮੈਂ ਕਲਗੀਧਰ ਦਾ ਪੁੱਤਰ, ਉਹਨੇ ਮੈਨੂੰ ਪੁੱਤਰ ਬਣਾ ਕੇ ਤੇ ਆਪਣੇ ਪੁੱਤਰਾਂ ਦੇ ਵਿੱਚ ਅਭੇਦ ਖਤਮ ਕਰ ਦਿੱਤਾ ਸੀਗਾ। ਕਿ ਮੈਂ ਉਸ ਦੀ ਪਾਲਣਾ ਕਰਦਾ ਪਿਆ ਕਿ ਕ੍ਰਿਸਮਸ ਤੇ ਆ ਜਿਹੜੇ 4-5 ਦਿਨ ਨੇ, ਮੈਂ ਉਹ ਕ੍ਰਿਸਮਸ ਨੂੰ ਛੱਡ ਕੇ ਆਪਣੇ ਕਲਗੀਧਰ ਦੀ ਪੁੱਤਰਾਂ ਦੀ ਯਾਦ, ਆਪਣੇ ਵੱਡੇ ਭਰਾਵਾਂ ਦੀ ਯਾਦ ਵਿੱਚ ਮੈਂ ਬੈਠ ਸਕਦਾ ਵਾਂ। ਮੇਰੀਆਂ ਮਾਈਆਂ ਜਿਹੜੀਆਂ ਬਿਊਟੀ ਪਾਰਲਰਾਂ ਨੂੰ ਜਾਂਦੀਆਂ ਨੇ, ਕਿ ਉਹ ਕਲਗੀਧਰ ਦੀਆਂ ਧੀਆਂ ਨਹੀਂ ਬਣ ਸਕਦੀਆਂ ਨੇ? ਕਿ ਉਹ ਭੁੱਲ ਗਈਆਂ ਨੇ ਸਾਰਾ ਕੁਝ? ਕਿ ਮੈਂ ਆਪਣਾ ਪੁੱਤਰ ਜਵਾਨ ਸ਼ਹੀਦ ਕਰਵਾ ਸਕਦੀ ਹਾਂ? ਜੇ ਨਹੀਂ ਕਰਵਾ ਸਕਦੀਆਂ ਤਾਂ ਉਸ ਕਲਗੀਧਰ ਪਾਤਸ਼ਾਹ ਦੇ ਅਹਿਸਾਨ ਨੂੰ ਹਮੇਸ਼ਾ ਚੇਤੇ ਰੱਖਾਂ ਤੇ ਉਸ ਚੇਤੇ ਨੂੰ ਆਪਣਾ ਚਿੰਤਨ ਬਣਾ ਲਵਾਂ ਤੇ ਆਪਣੇ ਬੱਚਿਆਂ ਨੂੰ ਤੇ ਆਪਣੇ ਆਉਣ ਵਾਲੀਆਂ ਪਨੀਰੀਆਂ ਨੂੰ ਸਿੱਖੀ ਦੇ ਰਾਹ ਤੇ ਤੋਰ ਦੇਵਾਂ। ਇਹ ਇਤਿਹਾਸ ਸੁਣਨ ਦੇ ਵਿੱਚ ਜਿੰਨਾ ਦਰਦ ਅੰਦਰੋਂ ਬੈਰਾਗ ਨਿਕਲਦਾ ਹੈ, ਜਿੱਥੇ ਕਲਗੀਧਰ ਪਾਤਸ਼ਾਹ ਨੇ ਆਪਣੇ ਬੱਚੇ ਜਿਹੜੇ ਸਮੇਂ ਦੇ ਵਿੱਚ ਸ਼ਹੀਦ ਕੀਤੇ ਹੋਣਗੇ, ਉਹ ਹਾਲ ਕਿਹੋ ਜਿਹਾ ਹੋਏਗਾ। ਜਿਹੜੇ ਇਤਿਹਾਸਕਾਰਾਂ ਨੇ ਰਚਨਾਵਾਂ ਲਿਖੀਆਂ ਹੋਣਗੀਆਂ, ਉਹਨਾਂ ਦੇ ਉੱਪਰ ਉਹ ਸਮਾਂ ਕਿਹੋ ਜਿਹਾ ਹੋਏਗਾ। ਕਿਸੇ ਨੇ ਲਿਖਿਆ ਹੈਗਾ, ਇਤਿਹਾਸ ਵੀ ਰੋ ਪਿਆ ਹੋਵੇਗਾ, ਲਿਖ ਇਤਿਹਾਸ ਸੰਤ ਸਿਪਾਹੀ ਦਾ। ਇਤਿਹਾਸ ਵੀ ਰੋ ਪਿਆ ਹੋਵੇਗਾ, ਲਿਖ ਇਤਿਹਾਸ ਸੰਤ ਸਿਪਾਹੀ ਦਾ। ਜਦ ਜ਼ਿਕਰ ਹੋਇਆ ਹੋਵੇਗਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ, ਕੀ ਹਾਲ ਹੋਇਆ ਹੋਵੇਗਾ ਸਿਆਹੀ ਦਾ। ਜਿਹੜੀ ਕਲਮ ਹੈ ਤੇ ਜਿਹੜੀ ਸਿਆਹੀ ਹੈ, ਉਸਦਾ ਵੀ ਕੀ ਹਾਲ ਹੋਇਆ ਹੋਵੇਗਾ। ਇਹ ਲਿਖਦੇ ਨੇ ਕੁਝ ਇਤਿਹਾਸਕਾਰ। ਜਦ ਜ਼ਿਕਰ ਹੋਇਆ ਹੋਵੇਗਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ, ਕੀ ਹਾਲ ਹੋਇਆ ਹੋਵੇਗਾ ਸਿਆਹੀ ਦਾ। ਮਾਛੀਵਾੜੇ ਦੇ ਜੰਗਲਾਂ ਦੀ ਪੁੱਬ ਨਿਕਲੀ ਹੋਵੇਗੀ, ਵੇਖ ਕੇ ਸਬੂਰ ਬਾਜਾਂ ਵਾਲੇ ਮਾਹੀ ਦਾ, ਵੇਖ ਕੇ ਸਬਰ ਬਾਜਾਂ ਵਾਲੇ ਮਾਹੀ ਦਾ। ਮਾਛੀਵਾੜੇ ਦੀ ਜੰਗਲਾਂ ਦੀ ਪੁੱਬ ਨਿਕਲੀ ਹੋਵੇਗੀ, ਵੇਖ ਕੇ ਸਬਰ ਬਾਜਾਂ ਵਾਲੇ ਮਾਹੀ ਦਾ। ਗੜੀ ਚਮਕੌਰ ਦੀ ਅੱਜ ਵੀ ਰਸਦਾ ਤੱਕਦੀ ਹੈ, ਪਰਿਵਾਰ ਵਾਰ ਕੇ ਤੁਰ ਚਲੇ ਰਾਹੀ ਦਾ। ਗੜੀ ਚਮਕੌਰ ਦੀ ਅੱਜ ਵੀ ਰਸਤਾ ਤੱਕਦੀ ਹੈ, ਪਰਿਵਾਰ ਕੇ ਤੁਰ ਚਲੇ ਰਾਹੀ ਦਾ। ਇਹ ਰਾਹੀ ਮੇਰਾ ਕਲਗੀਧਰ ਪਾਤਸ਼ਾਹ ਅੱਜ ਵੀ ਉਹ ਗੜੀ ਤੱਕ ਰਹੀ ਹੈ। ਤੇ ਅੱਜ ਕਲਗੀਧਰ ਪਾਤਸ਼ਾਹ ਤਾਂ ਨਹੀਂ ਆ ਰਹੇ ਨੇ, ਅੱਜ ਕਲਗੀਧਰ ਦੇ ਪਾਤਸ਼ਾਹ ਦੇ ਅਨੇਕਾਂ ਹੀ ਸਿੰਘ ਤੇ ਸੰਗਣੀਆਂ, ਉਹ ਅਜੇ ਵੀ ਰਾਹ ਤੱਕਦਾ ਪਿਆ। ਆਪਣੇ ਬੱਚਿਆਂ ਨੂੰ ਲੈ ਕੇ ਚਮਕੌਰ ਪਹੁੰਚੋ, ਚਮਕੌਰ ਦੀ ਗੜੀ ਦੇ ਦਰਸ਼ਨ ਕਰਾਓ ਤੇ ਚਮਕੌਰ ਵਿੱਚ ਜੋ ਹੋਇਆ ਆਪਣੇ ਬੱਚਿਆਂ ਨੂੰ ਸੀਨਾ ਬਾਸੀਨਾ ਦਿਓ। ਭਾਵ ਜਦੋਂ ਅਸੀਂ ਯੂਰਪ ਦੇਸ਼ਾਂ ਵਿੱਚ ਵਸੇ ਹੋਇਆ, ਜੋ ਵੀ ਹੈਗਾ, ਅਸੀਂ ਕਲਗੀਧਰ ਦੇ ਧੀਆਂ ਪੁੱਤਰਾਂ, ਉਹਨਾਂ ਦੇ ਅਹਿਸਾਨ ਕਰਕੇ, ਜੇ ਉਹ ਪਿਤਾ ਆਪਣੇ ਪੁੱਤਰ ਨਾ ਵਾਰਦਾ, ਜੇ ਉਹ ਪਿਤਾ ਆਪਣੇ ਪਿਤਾ ਨੂੰ ਨਾ ਵਾਰਦਾ, ਜੇ ਉਹ ਪਿਤਾ ਆਪਣੇ ਛੋਟੇ ਲਖਤੀ ਜਿਗਰਾਂ ਨੂੰ ਸਰਹੰਦ ਵਿੱਚ ਨਾ ਵਾਰਦਾ, ਅੱਜ ਅਸੀਂ ਵੀ ਇੱਥੇ ਨਹੀਂ ਸੀ ਹੋਣਾ। ਜਿਵੇਂ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਦੇ ਵਿਕਦੀਆਂ ਸਾਂ, ਸਾਡਾ ਵੀ ਅੱਜ ਵਜੂਦ ਨਹੀਂ ਸੀ ਹੋਣਾ। ਉਸ ਚਮਕੌਰ ਦੀ ਗੜੀ ਨੂੰ ਚੇਤੇ ਵਿੱਚ ਰੱਖੋ, ਉਸ ਸਰਹੰਦ ਨੂੰ ਚੇਤੇ ਵਿੱਚ ਰੱਖੋ, ਉਸ ਕਲਗੀਧਰ ਦੇ ਅਹਿਸਾਨ ਨੂੰ ਚੇਤੇ ਵਿੱਚ ਰੱਖੋ ਤੇ ਕਲਗੀਧਰ ਦੀ ਧੀਆਂ ਤੇ ਪੁੱਤਰ ਬਣ ਕੇ ਮੁੜ ਘਰ ਪਰਤੇ ਆਓ। ਸੋ ਮੈਂ ਧੰਨਵਾਦ ਕਰਦੀ ਹਾਂ ਸਰਦਾਰ ਪ੍ਰੀਤਮ ਸਿੰਘ ਜੀ, ਭਾਈ ਪ੍ਰੀਤਮ ਸਿੰਘ ਜੀ ਦਾ, ਉਹਨਾਂ ਦਾ ਜੋ ਪੰਜਾਬ ਤੋਂ ਨੇ, ਦਿੱਲੀ ਵਿੱਚ ਸੇਵਾ ਕਰਦੇ ਨੇ ਬੜੀ ਅਨਮੋਲ ਬਚਨਾਂ ਦੇ ਨਾਲ। ਅੱਜ ਦੇ ਇਸ ਦੀਵਾਨ ਦੇ ਵਿੱਚ, ਅੱਜ ਦੇ ਇਸ ਸ਼ਹੀਦੀ ਪੁਰਬ ਦੇ ਮੌਕੇ ਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਬੜੇ ਵੱਡਮੁੱਲੇ ਵਿਚਾਰ ਆਪ ਜੀ ਦੇ ਨਾਲ ਪੇਸ਼ ਕੀਤੇ ਨੇ। ਬਹੁਤ ਬਹੁਤ ਧੰਨਵਾਦ ਆਪ ਜੀ ਦਾ ਭਾਈ ਸਾਹਿਬ ਜੀ। ਬਹੁਤ ਬਹੁਤ ਧੰਨਵਾਦ ਜੀ। ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਬਹੁਤ ਧੰਨਵਾਦ ਤੇ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਸਿੰਘਾਂ ਦੀ ਮਹਾਨ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਸੋ ਆਪ ਜੀ ਵੀ ਜ਼ਰੂਰ ਦੇਖਦੇ ਰਹਿਣਾ ਤੇ ਅੱਜ ਦੇ ਇਸ
ਜਿਹੜੇ ਇਹ ਪੂਰਾ ਹਫਤਾ ਲਾਸਾਨੀ ਸ਼ਹਾਦਤ ਕਲਗੀਧਰ ਪਾਤਸ਼ਾਹ ਪਿਤਾ ਮਾਤਾ ਗੁਜਰ ਕੌਰ ਜੀ ਅਤੇ ਨਾਲੇ ਚਾਰੇ ਸਾਹਿਬਜ਼ਾਦਿਆਂ ਨੂੰ ਕੋਟਾਨ ਕੋਟਾਨ ਪ੍ਰਣਾਮ ਕਰਨੀ ਹੈ। ਜਿੱਥੇ ਪ੍ਰਣਾਮ ਕਰਨੀ ਹੈ ਉੱਥੇ ਪ੍ਰਣ ਵੀ ਅਸੀਂ ਜ਼ਰੂਰ ਕਰਨਾ ਹੈ ਕਿ ਪਾਤਸ਼ਾਹ ਅਸੀਂ ਭੁੱਲ ਗਏ ਹਾਂ, ਸਾਨੂੰ ਬਖਸ਼ ਦੇ। ਕਹਿੰਦੇ ਨੇ ਜੇ ਸਵੇਰ ਦਾ ਭੁੱਲਿਆ ਰਾਤ ਨੂੰ ਘਰ ਆ ਜਾਵੇ ਤਾਂ ਭੁੱਲਿਆ ਨਹੀਂ ਅਖਵਾਂਦਾ। ਸੋ ਜ਼ਰੂਰ ਕਲਗੀਧਰ ਦੇ ਚਰਨਾਂ ਨੂੰ ਫੜ ਕੇ ਸੱਚੇ ਪਾਤਸ਼ਾਹ ਕੋਲੋਂ ਨਾਮ ਦੀ ਦਾਤ ਮੰਗ ਕੇ, ਖੰਡੇ ਬਾਟੇ ਦਾ ਅੰਮ੍ਰਿਤ ਦੀ ਦਾਤ ਮੰਗ ਕੇ ਸਿੰਘ ਸੱਜ ਜਾਈਏ, ਤਾਂ ਕਿ ਮੇਰੇ ਕਲਗੀਧਰ ਪਾਤਸ਼ਾਹ ਵੀ ਸਾਡੇ ਤੇ ਪ੍ਰਾਊਡ ਫੀਲ ਕਰ ਸਕੇ ਕਿ ਜਿਨ੍ਹਾਂ ਦੇ ਕਰਕੇ ਮੈਂ ਪੁੱਤਰ ਵਾਰੇ ਅੱਜ ਉਹ ਮੇਰੇ ਘਰ ਮੇਰੇ ਧੀਆਂ ਪੁੱਤਰ ਬਣ ਕੇ ਆਏ ਨੇ। ਉਹ ਡੀਕ ਕਰਦਾ ਹੋਣਾ ਕਿ ਅਜੀਤ ਤੇ ਜੁਝਾਰ ਆਣਗੇ, ਜੋਰਾਵਰ ਤੇ ਫਤਿਹ ਆਣਗੇ। ਸੋ ਇਤਨੀ ਕੁ ਸੇਵਾ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ, ਇਤਿਹਾਸ ਬੋਲਦੀਆਂ ਵਿਚਰਦੀਆਂ ਕੁਛ ਲਾਮਾਤਾ ਰਹਿ ਗਈ, ਆਪ ਬਖਸ਼ਣਯੋਗ ਬਖਸ਼ਣਾ। ਦੇਖਦੇ ਰਹਿਣਾ ਪੰਜਾਬੀ ਵਿਰਾਸਤ, ਕਮੈਂਟ ਜ਼ਰੂਰ ਕਰ ਦੇਣਾ। ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।